In the morning when I rise to meet you, in the morning when I lift my eyes, you're the gentle light that falls around me. You're the first thought on my mind. So let our voices rise, all creation cries, singing out an endless hallelujah. From this moment on, join with heaven's song, singing out an endless hallelujah. When you go unnoticed in the ordinary day-to-day, countless miracles of life around us point like arrows to your name. So let our voices rise, all creation cries, singing out an endless hallelujah. From this moment on, join with heaven's song, singing out an endless only a moment to live this life like shooting stars, burning up the night. When heaven's open and we arrive in your presence, Lord, in your presence. Only a moment to live this life like shooting stars, burning up the night till heaven's open and we arrive in your presence, Lord, in your presence. Let our voices rise, all creation cries, singing out an endless hallelujah. From this moment on, join with heaven's song, singing out an endless hallelujah. Let our voices rise, all creation cries, singing out an endless hallelujah. From this moment on, join with heaven's song, singing out an endless hallelujah. There's nothing better, there's nothing better, there's nothing better than this right now. There's nothing better, there's nothing better, there's nothing better than this right now. In the evening when I lay my head down, in the evening when I close my eyes,
voices rise. Let our voices rise. Ooh. Lift your voice. Lift your voice. Thank you, ਪ੍ਰਭੂ ਜੀ ਧੰਨਵਾਦ ਕਰਦੇ ਹਾਂ ਤੁਹਾਡੀ ਵਰਸ਼ਿਪ ਦੇ ਵਾਸਤੇ, ਲੀਡਰਸ ਦੇ ਵਾਸਤੇ ਜਿਨ੍ਹਾਂ ਨੇ ਸਾਨੂੰ ਲੀਡ ਕੀਤਾ ਵਰਸ਼ਿਪ ਦੇ ਵਿੱਚ। ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ, ਤੁਹਾਡੀ ਹਜ਼ੂਰੀ ਦੇ ਵਾਸਤੇ ਜੋ ਤੁਸੀਂ ਸਾਡੇ ਕੋਲ ਲੈ ਕੇ ਆਏ ਪ੍ਰਭੂ ਜੀ। ਪ੍ਰਭੂ ਜੀ ਜੋ ਤੁਸੀਂ ਆਪਣੀ ਹਜ਼ੂਰੀ ਲੈ ਕੇ ਆਉਂਦੇ ਆ ਸਾਡੀ ਬੰਦਗੀ ਦੇ ਵਿੱਚ ਪ੍ਰਭੂ ਜੀ, ਤੇਰਾ ਧੰਨਵਾਦ ਕਰਦੇ ਹਾਂ। ਔਰ ਇਸ ਵੇਲੇ ਹੁਣ ਅਸੀਂ ਆਪਣੀ ਦੂਸਰੀ ਵਰਸ਼ਿਪ 'ਤੇ ਚੱਲਦੇ ਹਾਂ ਜੋ ਕਿ ਸਾਡਾ ਦੇਣਾ ਆ। ਔਰ ਜੋ ਦੇਣਾ ਆ ਉਹ ਦੂਸਰਾ ਵਰਸ਼ਿਪ ਤੋਂ ਕੋਈ ਅਲੱਗ ਹਿੱਸਾ ਨਹੀਂ ਗਾ, ਲੇਕਿਨ ਦੇਣਾ ਜੋ ਆ ਉਹ ਪ੍ਰਭੂ ਦੇ ਵਾਸਤੇ ਅਰਾਧਨਾ ਆ। ਉਹ ਬਹੁਤ ਹੀ ਵੱਡਾ ਹਿੱਸਾ ਹੈ ਸਾਡੀ ਮਸੀਹੀ ਜੀਵਨ ਦਾ। ਔਰ ਮੈਂ ਤੁਹਾਡਾ ਅਟੈਂਸ਼ਨ ਲੈ ਕੇ ਆਉਣਾ ਮੰਗਦਾ ਹਾਂ। ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਜੋ ਔਨਲਾਈਨ ਤੁਸੀਂ ਦੇ ਸਕਦੇ ਆ। ਔਰ ਬਹੁਤ ਪਿਛਲੇ ਕੁਛ ਹਫ਼ਤਿਆਂ ਤੋਂ ਅਸੀਂ ਆਪਣੇ ਪਾਦਰੀ ਸਾਹਿਬਾਨ ਨੂੰ ਸੁਣ ਰਹੇ ਜੋ ਕਿ ਸਾਨੂੰ ਸਿਖਾ ਰਹੇ ਆ ਬਹੁਤ ਸਾਰੀਆਂ ਗੱਲਾਂ, ਜੋ ਕਿ ਬੁੱਧਵਾਰ ਨੂੰ ਉਹਨਾਂ ਨੇ ਸਾਨੂੰ ਗੱਲਾਂ ਸਿਖਾਈਆਂ, ਵੀਰਵਾਰ ਨੂੰ ਸਾਨੂੰ ਗੱਲਾਂ ਸਿਖਾਈਆਂ। ਔਰ ਬਹੁਤ ਹੀ ਜ਼ਿਆਦਾ ਸਾਨੂੰ ਵਚਨ ਮਿਲ ਰਿਹਾ ਪ੍ਰਭੂ ਦਾ ਕਲਾਮ ਤੋਂ। ਔਰ ਹੁਣ ਅਸੀਂ ਜੋ ਵਚਨ ਵਿੱਚ ਜਾ ਰਹੇ ਹਾਂ, ਜੋ ਕਿ ਪਿਛਲੇ ਹਫ਼ਤੇ ਉਹਨਾਂ ਨੇ ਵਚਨ ਦਿੱਤਾ ਸੀਗਾ ਪਿਛਲੇ ਐਤਵਾਰ ਨੂੰ, ਉਹ ਲੈ ਕੇ ਆਉਣਗੇ। ਔਰ ਜਿੰਨੇ ਵੀ ਜਣੇ ਇਸ ਵੀਡੀਓ ਨੂੰ ਦੇਖ ਰਹੇ ਆ, ਮੇਰਾ ਮੰਨਣਾ ਹੈ ਕਿ ਤੁਸੀਂ ਐਕਸਾਈਟਿਡ ਆ ਕਿ ਪ੍ਰਭੂ ਤੋਂ ਗ੍ਰਹਿਣ ਕਰਨ ਦੇ ਵਾਸਤੇ। ਆਓ ਹੁਣ ਅਸੀਂ ਆਪਣੇ ਪਰਮੇਸ਼ਵਰ ਦੇ ਨਬੀ ਨੂੰ ਇਨਵਾਈਟ ਕਰੀਏ, ਪ੍ਰੋਫੈਟ ਸ਼ਾਜੂ ਮੈਥਿਊ। ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਹਦੀ ਹਜ਼ੂਰੀ ਦੇ ਵਾਸਤੇ ਜਿਸ ਨੇ ਸਾਡੀ ਮਦਦ ਕੀਤੀ ਪਰਮੇਸ਼ਵਰ ਦੀ ਬੰਦਗੀ ਕਰਨ ਦੇ ਵਾਸਤੇ। ਪਰਮੇਸ਼ਵਰ ਸਾਡੇ ਨਾਲ ਬਹੁਤ ਚੰਗਾ ਹੈ ਇਸ ਮੌਸਮ ਦੇ ਵਿੱਚ, ਖਾਸ ਕਰਕੇ ਪਿਛਲੇ ਹਫ਼ਤੇ ਬਹੁਤ ਜ਼ਿਆਦਾ ਖਾਣਾ ਦਾ ਆਨੰਦ ਅਸੀਂ ਮਜ਼ਾਇਆ, ਬੁੱਧਵਾਰ ਵੀਰਵਾਰ, ਔਰ ਬਹੁਤ ਘੰਟੇ ਅਸੀਂ ਇਕੱਠੇ ਬਿਤਾਏ ਪਰਮੇਸ਼ਵਰ ਦੇ ਲੋਕਾਂ ਦੇ ਨਾਲ। ਬਹੁਤ ਹੀ ਸੋਹਣਾ ਸਮੇਂ ਸੀਗਾ। ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਸਾਨੂੰ ਹਿੰਮਤ ਦਿੱਤੀ ਕਿ ਅਸੀਂ ਉਹ ਕਰ ਸਕੀਏ। ਔਰ ਜੋ ਵੀ ਅਸੀਂ ਹੈਗੇ ਹਾਂ ਉਹ ਪਰਮੇਸ਼ਰ ਦੀ ਦਇਆ ਦਾ ਕਰਕੇ ਆ। ਔਰ ਪ੍ਰਭੂ ਯਿਸੂ ਸਾਡੀ ਮਦਦ ਕਰਦਾ ਆ ਔਰ ਸਾਡੀ ਮਦਦ ਹਮੇਸ਼ਾ ਕਰੇਗਾ ਜਦ ਤੱਕ ਕਿ ਅੰਤ ਨਾ ਆ ਜਾਵੇ। ਜਿੰਨਾ ਜ਼ਿਆਦਾ ਅਸੀਂ ਉਹਦੇ 'ਤੇ ਨਿਰਭਰ ਹੋਵਾਂਗੇ ਉਨੀ ਜ਼ਿਆਦਾ ਉਹਦੀ ਜਿਹੜੀ ਹਿੰਮਤ ਹੈ ਸਾਡੇ ਵਾਸਤੇ ਕਾਫੀ ਹੋਊਗੀ। ਹਰ ਇੱਕ ਇਲਾਕੇ ਦੇ ਵਿੱਚ ਪਰਮੇਸ਼ਵਰ ਦਾ ਜੋ ਮਸਾਇਆ ਸਾਰੀਆਂ ਗੱਲਾਂ ਨੂੰ ਸੰਭਵ ਕਰ ਦਿੰਦਾ ਹੈ, ਸਾਰੀਆਂ ਗੱਲਾਂ ਨੂੰ ਆਸਾਨ ਕਰ ਦਿੰਦਾ ਆ। ਔਰ ਉਹ ਲੋਕ ਜੋ ਕਿ ਉਸ ਮਸੀਹ ਦੇ ਥੱਲੇ ਹੁੰਦੇ ਆ ਉਹਨਾਂ ਦੇ ਵਾਸਤੇ ਹਰ ਇੱਕ ਚੀਜ਼ ਜੋ ਆ ਰੌਸ਼ਨੀ ਹੋ ਜਾਂਦੀ ਆ। ਤੁਹਾਡੀ ਜੋ ਸਮਝ ਆ ਉਹ ਸਾਫ਼ ਹੋ ਜਾਂਦੀ ਆ। ਇਹ ਪਰਮੇਸ਼ਵਰ ਦੀ ਕਿਰਪਾ ਆ ਔਰ ਇਸ ਤਰ੍ਹਾਂ ਪਰਮੇਸ਼ਵਰ ਕੰਮ ਕਰਦਾ ਆ। ਔਰ ਇਸ ਲਈ ਆਪਣੇ ਜੀਵਨ ਨੂੰ ਦੇਖੀਏ ਔਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਤੁਹਾਡੇ ਜੀਵਨ ਦੇ ਹਰ ਇਲਾਕੇ ਦੇ ਵਿੱਚ ਜੋ ਪਰਮੇਸ਼ਵਰ ਦੀ ਦਇਆ ਆ ਜੋ ਤੁਹਾਡੇ ਕੋਲ ਆ ਰਹੀ ਆ ਇਹਨਾਂ ਵੀਡੀਓਜ਼ ਦੇ ਦੁਆਰਾ, ਉਹਦੇ ਕੋਲ ਸ਼ਕਤੀ ਆ ਕਿ ਤੁਹਾਨੂੰ ਬਦਲੇ ਹਰ ਇੱਕ ਇਲਾਕੇ ਦੇ ਵਿੱਚ ਤੁਹਾਡੇ ਜੀਵਨ ਦੇ ਸਾਰੀਆਂ ਗੱਲਾਂ ਜੋ ਕਿ ਉਸ ਮਿਸਰੀ ਨੇ ਜੋ ਮਿਸਰੀ ਮਾਲਕ ਸੀਗਾ ਉਸਨੇ ਯੂਸਫ ਦੇ ਹੱਥਾਂ ਦੇ ਵਿੱਚ ਦਿੱਤੀਆਂ ਸੀਗੀਆਂ। ਪਰਮੇਸ਼ਵਰ ਨੇ ਉਹਦੀਆਂ ਸਾਰੀਆਂ ਗੱਲਾਂ ਨੂੰ ਚੰਗਾ ਕੀਤਾ। ਇਹ ਜੋ ਇਨਸਾਨ ਸੀਗਾ ਉਹ ਪਰਮੇਸ਼ਵਰ ਨੂੰ ਨਹੀਂ ਸੀ ਜਾਣਦਾ ਸੀਗਾ, ਲੇਕਿਨ ਜਦੋਂ ਉਸਨੇ ਆਪਣੀਆਂ ਸਾਰੀਆਂ ਗੱਲਾਂ ਆਪਣਾ ਸਾਰਾ ਕਾਰੋਬਾਰ ਯੂਸਫ ਦੇ ਹੱਥ ਦੇ ਥੱਲੇ ਰੱਖ ਦਿੱਤਾ, ਉਸਨੇ ਦੇਖਿਆ ਕਿ ਕਿਸ ਤਰ੍ਹਾਂ ਸਾਰੀਆਂ ਗੱਲਾਂ ਕਿਸ ਤਰ੍ਹਾਂ ਸਾਫ਼ ਹੁੰਦੀਆਂ ਗਈਆਂ, ਸਹੀ ਨਿਕਲਣ ਲੱਗ ਗਈਆਂ। ਯਾਦ ਰੱਖੀਏ ਕਿ ਦੁਸ਼ਮਣ ਜੋ ਆ ਉਹ ਹਮੇਸ਼ਾ ਇਹ ਡਰਦਾ ਆ ਉਹਨਾਂ ਗੱਲਾਂ ਤੋਂ ਕਿ ਤੁਸੀਂ ਕਿਹੜੀਆਂ ਗੱਲਾਂ ਦੇ ਥੱਲੇ ਆਪਣੇ ਆਪ ਨੂੰ ਸਮਰਪਿਤ ਕਰਦੇ ਹੋ। ਇਸ ਲਈ ਮੇਰੀ ਪ੍ਰਾਰਥਨਾ ਆ ਕਿ ਜਦੋਂ ਤੁਸੀਂ ਹੁਣ ਔਰ ਤੁਹਾਡਾ ਘਰਾਨਾ ਇਸ ਰੌਸ਼ਨੀ ਦੇ ਥੱਲੇ ਆਉਂਦਾ ਆ, ਪ੍ਰਭੂ ਦੀ ਕਿਰਪਾ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਹਰ ਇੱਕ ਇਲਾਕੇ ਦੇ ਵਿੱਚ ਆ ਜਾਵੇ। ਤੁਹਾਡੇ ਕੋਲ ਪਰਮੇਸ਼ਰ ਦੀ ਦਇਆ ਆ ਪ੍ਰਭੂ ਦੇ ਲੋਕੋ। ਕੁਛ ਲੋਕ ਕਾਰਨ ਆ ਉਹ ਆਪਣੇ ਜੀਵਨ ਵਿੱਚ ਵਿਜੈ ਨੂੰ ਨਹੀਂ ਦੇਖਦੇ। ਉਹ ਇਸ ਕਾਰਨ ਆ ਕਿਉਂਕਿ
ਉਹ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਜਿੱਤ ਨਹੀਂ ਮਿਲੀ, ਬਲਕਿ ਇਸ ਕਰਕੇ ਕਿਉਂਕਿ ਉਹਨਾਂ ਦੇ ਜੋ ਦਿਮਾਗ ਆ ਉਹ ਇਸ ਗੱਲ ਨੂੰ ਨਹੀਂ ਸਮਝ ਪਾਏ ਕਿ ਜੋ ਵਿਜੇ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਨੇ ਆਲਰੇਡੀ ਹਾਸਿਲ ਕਰ ਚੁੱਕਾ ਆ। ਇਸ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਪ੍ਰਭੂ ਨੇ ਸਾਡੇ ਵਾਸਤੇ ਆਲਰੇਡੀ ਕੀ ਕਰ ਚੁੱਕਾ, ਸਾਡੇ ਘਰ ਦੇ ਵਾਸਤੇ ਕੀ ਕਰ ਚੁੱਕਾ ਆ, ਉਸ ਤੋਂ ਬਾਅਦ ਅਸੀਂ ਉਸ ਚੀਜ਼ ਤੋਂ ਫੰਕਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੋ ਕਿ ਬਹੁਤ ਉੱਚੀ ਆ। ਉਹ ਜਗ੍ਹਾ ਜੋ ਕਿ ਜਿੱਤ ਨੂੰ ਨਹੀਂ ਲੱਭਦੀ, ਬਲਕਿ ਉਹ ਜਗ੍ਹਾ ਜੋ ਜਿਸ ਜਗ੍ਹਾ 'ਤੇ ਜਿੱਤ ਹੈ, ਕਿਉਂਕਿ ਅਸੀਂ ਸਵਰਗੀ ਥਾਵਾਂ 'ਤੇ ਬੈਠੇ ਹਾਂ। ਔਰ ਇਸ ਲਈ ਜੇ ਤੁਸੀਂ ਹਾਲੇ ਆਪਣੇ ਜੀਵਨ ਦੇ ਵਿੱਚ ਵਿਜੇ ਨਹੀਂ ਹੋ, ਜੇ ਵਿਜੇ ਨੂੰ ਨਹੀਂ ਦੇਖਦੇ, ਇਸ ਕਰਕੇ ਨਹੀਂ ਆ ਕਿ ਤੁਹਾਨੂੰ ਦਿੱਤਿਆ ਨਹੀਂ ਗਿਆ ਹੈਗਾ, ਇਸ ਕਰਕੇ ਨਹੀਂ ਕਿ ਤੁਸੀਂ ਪਰਮੇਸ਼ਰ ਵਿੱਚ ਜੇਤੂ ਨਹੀਂ ਹੋ, ਇਸ ਕਰਕੇ ਨਹੀਂ ਕਿ ਤੁਸੀਂ ਹਾਲੇ ਤੱਕ ਤੁਹਾਨੂੰ ਸਵਰਗੀ ਥਾਵਾਂ ਵਿੱਚ ਨਹੀਂ ਬਿਠਾਇਆ ਗਿਆ। ਸਾਨੂੰ ਪਤਾ ਹੈ ਕਿ ਤੁਸੀਂ ਆਲਰੇਡੀ ਸਵਰਗੀ ਥਾਵਾਂ ਵਿੱਚ ਬਿਠਾਏ ਗਏ ਹੋ। ਸਾਨੂੰ ਇਹ ਪਤਾ ਹੈ ਕਿ ਤੁਸੀਂ ਆਲਰੇਡੀ ਪਰਮੇਸ਼ਰ ਵਿੱਚ ਜੇਤੂ ਹੋ, ਔਰ ਤੁਹਾਨੂੰ ਪਤਾ ਹੈ ਕਿ ਤੁਸੀਂ ਆਲਰੇਡੀ ਸਵਰਗੀ ਥਾਵਾਂ ਵਿੱਚ ਹੋ। ਲੇਕਿਨ ਜੇ ਤੁਸੀਂ ਹਾਲੇ ਵੀ ਜੇਤੂ ਨਹੀਂ ਆਪਣੇ ਜੀਵਨ ਵਿੱਚ ਬਣ ਰਹੇ ਹੋ, ਜਦੋਂ ਵੀ ਅਸੀਂ ਪਰਮੇਸ਼ਵਰ ਦੇ ਵਿੱਚ ਵੱਧਦੇ ਹਾਂ, ਪਰਮੇਸ਼ਵਰ ਦੇ ਚਰਿੱਤਰ ਵਿੱਚ ਵੱਜਦੇ ਹਾਂ, ਜਦੋਂ ਵੀ ਅਸੀਂ ਆਪਣੀ ਸਮਾਜਿਕ ਤੌਰ ਵਿੱਚ ਵੱਧਦੇ ਹਾਂ, ਅਸੀਂ ਆਪਣੇ ਦਿਮਾਗੀ ਤੌਰ ਵਿੱਚ ਵੱਧਦੇ ਹਾਂ, ਅਸੀਂ ਆਪਣੇ ਰੂਹਾਨੀ ਤੌਰ 'ਤੇ ਵੀ ਵੱਧਦੇ ਹਾਂ। ਇਸ ਲਈ ਸਾਨੂੰ ਉਸ ਵੇਲੇ ਜ਼ਿਆਦਾ ਸਾਨੂੰ ਜੇਤੂ ਬਣਨ ਦੀ ਲੋੜ ਆ। ਮੈਂ ਕਿਸੇ ਨੂੰ ਅਗੰਵਾਕ ਕਰ ਰਿਹਾ ਹਾਂ ਕਿ ਪਰਮੇਸ਼ਵਰ ਤੁਹਾਡੇ ਉੱਤੇ ਬਹੁਤ ਵੱਡੀ ਜਿੱਤ ਦੇਣ ਜਾ ਰਿਹਾ ਆ ਇਸ ਮੌਸਮ ਦੇ ਵਿੱਚ, ਜਦੋਂ ਕਿ ਤੁਸੀਂ ਹੁਣ ਆਪਣੇ ਰੂਹਾਨੀ ਇਲਾਕੇ ਵਿੱਚ ਵੱਧ ਰਹੇ ਹੋ। ਜੋ ਕਿ ਪਹਿਲਾਂ ਤੁਹਾਨੂੰ ਚੀਜ਼ਾਂ ਹਿਲਾ ਦਿੰਦੀਆਂ ਸੀਗੀਆਂ, ਉਹ ਹੁਣ ਨਹੀਂ ਹਿਲਾ ਸਕਦੀਆਂ। ਜੋ ਚੀਜ਼ਾਂ ਤੁਹਾਨੂੰ ਪਹਿਲਾਂ ਹਿਲਾ ਸਕਦੀਆਂ ਸੀਗੀਆਂ, ਹੁਣ ਨਹੀਂ ਹਿਲਾਉਂਦੀਆਂ। ਜੋ ਤੁਹਾਨੂੰ ਚੀਜ਼ਾਂ ਬੌਦਰ ਕਰਦੀਆਂ ਸੀਗੀਆਂ ਪਹਿਲਾਂ, ਹੁਣ ਬੌਦਰ ਨਹੀਂ ਕਰ ਸਕਣਗੀਆਂ, ਕਿਉਂਕਿ ਹੁਣ ਤੁਸੀਂ ਹੋਰ ਡਾਇਮੈਂਸ਼ਨ ਤੋਂ ਜੇਤੂ ਬਣ ਕੇ ਉਸ ਨੂੰ ਦੇਖ ਰਹੇ ਹੋ। ਔਰ ਪਰਮੇਸ਼ਵਰ ਸਾਡੀਆਂ ਹੱਦਾਂ ਨੂੰ ਵਧਾ ਰਿਹਾ ਆ। ਪਰਮੇਸ਼ਵਰ ਨੂੰ ਧੰਨਵਾਦ ਕਰੋ, ਪਰਮੇਸ਼ਵਰ ਨੂੰ ਧੰਨਵਾਦ ਕਰੋ। ਇਸ ਲਈ ਜੋ ਕੁਛ ਵੀ ਇਮਤਿਹਾਨ ਤੁਹਾਡੇ ਨੇੜੇ ਆਵੇ, ਇਸ ਵਚਨ ਨੂੰ ਯਾਦ ਰੱਖੀਏ ਕਿ ਤੁਸੀਂ ਉਹ ਸੇਮ ਪਰਸਨ ਨਹੀਂ ਹੋ। ਇਸ ਲਈ ਤੁਸੀਂ ਉਸ ਤਰ੍ਹਾਂ ਰਿਐਕਟ ਨਹੀਂ ਕਰ ਸਕਦੇ। ਤੁਸੀਂ ਉਸ ਤਰ੍ਹਾਂ ਰਿਐਕਟ ਕਰੋਗੇ ਜਿਸ ਤਰ੍ਹਾਂ ਕਿ ਕੋਈ ਪਰਮੇਸ਼ਰ ਦਾ ਜੇਤੂ ਰਿਐਕਟ ਕਰਦਾ ਹੈ। ਹੋ ਸਕਦਾ ਆ ਤੁਹਾਡੇ ਬੱਚੇ ਤੁਹਾਨੂੰ ਦੇਖਣ, ਤੁਹਾਡੇ ਜਿਹੜੇ ਤੁਹਾਡੇ ਦੋਸਤ ਮਿੱਤਰ ਹੈ ਤੁਹਾਨੂੰ ਦੇਖ ਕੇ ਸ਼ੌਕਡ ਹੋਣ। ਜੋ ਬਦਲਾਵ ਤੁਹਾਡੇ ਜੀਵਨ ਵਿੱਚ ਆਏਗਾ ਉਹਦਾ ਕਰਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹੁਣ ਵਕਤ ਆ ਪਰਮੇਸ਼ਰ ਦੇ ਵਚਨ ਵਿੱਚ ਜਾਣ ਦਾ। ਅਸੀਂ ਖਾ ਰਹੇ ਹਾਂ ਉਸ ਨੂੰ ਬਚਾ ਰਹੇ ਹਾਂ, ਔਰ ਉਸੇ ਸੇਮ ਵਚਨ ਤੋਂ ਜੋ ਕਿ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਦੇਖ ਰਹੇ ਹਾਂ। ਔਰ ਮੇਰਾ ਆਸ਼ਾ ਹੈ, ਮੇਰੀ ਉਮੀਦ ਹੈ ਕਿ ਤੁਸੀਂ ਸਾਨੂੰ ਦੇਖ ਰਹੇ ਹਾਂ ਕੁਝ ਹਫ਼ਤਿਆਂ ਤੋਂ। ਜੇ ਨਹੀਂ ਦੇਖਿਆ ਤਾਂ ਫਿਰ ਮੈਂ ਮੰਗਦਾ ਹਾਂ ਕਿ ਤੁਸੀਂ ਉਹਨਾਂ ਜੋ ਪੁਰਾਣੀ ਵੀਡੀਓਜ਼ ਨੂੰ ਦੇਖੋ, ਬਹੁਤ ਜ਼ਰੂਰੀ ਆ। ਹਰ ਸ਼ਨੀਵਾਰ ਨੂੰ ਜੇ ਤੁਸੀਂ ਸਾਨੂੰ ਫੇਸਬੁੱਕ ਪੇਜ ਨੂੰ ਫੋਲੋ ਕਰੋਗੇ, ਅਸੀਂ ਦੁਬਾਰਾ ਉਸ ਵਚਨ ਨੂੰ ਦਿਖਾਵਾਂਗੇ, ਉਸ ਵਚਨ ਨੂੰ ਰੀਕਾਸਟ ਕਰਾਂਗੇ, ਔਰ ਤੁਸੀਂ ਦੁਬਾਰਾ ਉਸ ਨੂੰ ਸੁਣ ਸਕੋਗੇ। ਔਰ ਤੁਸੀਂ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਸਾਰੇ ਜਣੇ ਤਰ੍ਹਾਂ ਦੀਆਂ ਜ਼ੁਬਾਨਾਂ ਬੋਲਦੇ ਹੋ। ਅਸੀਂ ਇਸ ਲਈ ਜਦੋਂ ਵੀ ਤੁਸੀਂ ਸਾਡੀ ਵੀਡੀਓਜ਼ ਨੂੰ ਦੇਖੋ, ਉਹਨਾਂ ਨੂੰ ਜ਼ਰੂਰ ਸੁਣੋ। ਜਿੱਥੋਂ ਵੀ ਸਾਨੂੰ ਦੇਖ ਰਹੇ ਹੋ ਸਾਨੂੰ ਦੱਸੋ ਕਿੱਥੋਂ ਦੇਖ ਰਹੇ ਹੋ ਤੁਸੀਂ, ਤਾਂ ਕਿ ਔਰ ਉਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ ਆਪਣੇ ਦੋਸਤਾਂ ਔਰ ਮਿੱਤਰਾਂ ਦੇ ਨਾਲ। ਆਓ ਆਪਾਂ ਦੁਬਾਰਾ ਆਪਣੀ ਵਚਨ ਨੂੰ ਖੋਲ੍ਹਦੇ ਹਾਂ, ਰੈਵਲੇਸ਼ਨ ਦੀ ਕਿਤਾਬ ਨੂੰ, ਪ੍ਰਕਾਸ਼ ਦੀ ਪੋਥੀ ਨੂੰ, ਉਹਦਾ ਇੱਕ ਬਾਬ ਔਰ ਅਸੀਂ ਪੜ੍ਹਾਂਗੇ। ਇੱਕ ਵਾਰ ਫਿਰ ਅਸੀਂ 10ਵੀਂ ਆਇਤ ਤੋਂ ਸ਼ੁਰੂ ਕਰਾਂਗੇ। ਮੈਂ 10ਵੀਂ ਆਇਤ ਨੂੰ ਪਹਿਲਾਂ ਕਵਰ ਕਰ ਚੁੱਕਾ ਪਿਛਲੇ ਹਫ਼ਤੇ। ਮੈਂ 11ਵੀਂ ਵਰਸ ਤੋਂ ਸ਼ੁਰੂ ਕਰਨਾ ਮੰਗਦਾ ਹਾਂ। ਪ੍ਰਕਾਸ਼ ਦੀ ਪੋਥੀ ਉਹਦਾ ਇੱਕ ਬਾਬ ਔਰ ਉਹਦੇ 10 ਤੋਂ ਸ਼ੁਰੂ ਕਰੂੰਗਾ। ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੋਂ ਉੱਚੀ ਆਵਾਜ਼ ਸੁਣੀ। ਇੱਕ ਆਵਾਜ਼ ਬਿਗੁਲ ਵਰਗੀ ਸੀਗੀ। ਆਵਾਜ਼ ਨੇ ਆਖਿਆ, ਉਹ ਸਾਰੀਆਂ ਗੱਲਾਂ ਜੋ ਤੂੰ ਵੇਖੀਆਂ ਹਨ, ਉਹ ਸਾਰੀਆਂ ਇੱਕ ਕਿਤਾਬ ਵਿੱਚ ਲਿਖ ਲੈ ਅਤੇ ਉਹਨਾਂ ਨੂੰ 7 ਕਲੀਸਿਆਵਾਂ ਨੂੰ ਭੇਜ। ਅਫਸੁਸ, ਸਮਰਨੇ, ਪਰਗਮਸ,
ਤਿਆਤਰੇ, ਸਾਰਦਿਸ, ਫਿਲਾਡੈਲਫੀਆ ਅਤੇ ਲਾਉਦੀਕੇ ਨੂੰ। ਪਿਛਲੇ ਹਫ਼ਤੇ ਮੈਂ ਮੈਂਸ਼ਨ ਕੀਤਾ ਸੀਗਾ ਕਿ ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੀ ਰੂਹ ਦੇ ਨਾਲ ਉੜ ਸਕਦੇ ਹਾਂ। ਯਹੂਨਾ ਨੇ ਕਿਸ ਤਰ੍ਹਾਂ ਯਹੂਨਾ ਨੂੰ ਮੌਕਾ ਮਿਲਿਆ ਕਿ ਉਹ ਪਰਮੇਸ਼ਰ ਦੀ ਰੂਹ ਦੀ ਆਵਾਜ਼ ਸੁਣ ਸਕੇ। ਉਹ ਪਰਮੇਸ਼ਰ ਦਾ ਸੇਵਕ ਜਿਹਦੀਆਂ ਅੱਖਾਂ ਖੁੱਲ੍ਹੀਆਂ ਨੇ, ਉਹ ਪਰਮੇਸ਼ਰ ਦੀ ਆਵਾਜ਼ ਉਹਦੇ ਕੋਲ ਪਹੁੰਚਦੀ ਆ ਔਰ ਪਰਮੇਸ਼ਰ ਦੀ ਆਵਾਜ਼ ਉਸ ਕੋਲ ਆ ਕੇ ਕਹਿੰਦੀ ਆ ਕਿ ਲਿਖ ਜੋ ਤੂੰ ਦੇਖਦਾ ਆ, ਲਿਖ ਸੱਤ ਕਲੀਸਿਆਵਾਂ ਨੂੰ 7 ਖਤ ਲਿਖ ਮੇਰੇ ਦਿਲ ਦੇ ਬਾਰੇ, ਉਹਨਾਂ ਦੇ ਬਾਰੇ। ਔਰ ਸ਼ੁਰੂ ਕਰਦਾ ਆ, ਉਹ ਕਹਿੰਦਾ ਹੈ ਕਿ ਮੈਂ ਕੌਣ ਆ। ਕਹਿੰਦਾ ਕਿ ਮੈਂ ਅਲਫਾ ਅਤੇ ਓਮੇਗਾ ਆ, ਮੈਂ ਸ਼ੁਰੂਆਤ ਔਰ ਅੰਤ ਆ। ਔਰ ਇਸ ਲਈ ਮੈਂ ਕੁਛ ਕਹਿਣਾ ਮੰਗਦਾ ਹਾਂ ਔਰ ਮੈਂ ਆਪਣੇ ਲੋਕਾਂ ਨੂੰ ਕੁਛ ਕਹਿਣਾ ਮੰਗਦਾ ਹਾਂ। ਔਰ ਜੋ ਕਿ ਉਸ ਸਮੇਂ ਵਿੱਚ ਰਹਿ ਰਹੇ ਆ, ਮੈਂ ਉਹਨਾਂ ਲੋਕਾਂ ਨੂੰ ਕੁਛ ਕਹਿਣਾ ਮੰਗਦਾ ਹਾਂ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਪਰਵਾਹ ਕਰਦਾ ਹਾਂ। ਤੁਸੀਂ ਦੇਖੋਗੇ ਕਿ ਦਾਊਦ ਬਾਦਸ਼ਾਹ ਜੋ ਕਿ ਰੋ ਰਿਹਾ ਆ, ਕਹਿੰਦਾ ਕਿ ਉਹ ਆਦਮੀ ਕੌਣ ਆ ਕਿ ਤੂੰ ਉਹਦਾ ਖਿਆਲ ਕਰਦਾ ਆ। ਸੋ ਤੁਸੀਂ ਦੇਖ ਰਹੇ ਹੋ ਕਿ ਪਰਮੇਸ਼ਰ ਦਾ ਦਿਲ ਇਸ ਵਚਨ ਦੇ ਵਿੱਚ ਇਹ ਇਸ ਲਈ ਨਹੀਂ ਸੀਗਾ ਕਿ ਜੋ ਕਰਨਾ ਮੰਗਦੇ ਉਹ ਕਰੀ ਜਾਣ, ਜਿਸ ਤਰ੍ਹਾਂ ਜੀਣਾ ਮੰਗਦੇ ਜੀ ਜਾਣ। ਔਰ ਇਹ ਲੋਕ ਜਦੋਂ ਕਿ ਦੁਨੀਆ 'ਤੇ ਸੀਗੇ, ਪਰਮੇਸ਼ਰ ਕਹਿ ਰਿਹਾ ਕਿ ਇਹਨਾਂ ਲੋਕਾਂ ਨੂੰ ਲਿਖ ਔਰ ਇਹਨਾਂ ਲੋਕਾਂ ਨੂੰ ਜਾਣ ਕਿ ਮੇਰਾ ਦਿਲ ਕੀ ਆ। ਔਰ ਇਸ ਲਈ ਜੋ ਸਾਡਾ ਪਰਮੇਸ਼ਵਰ ਸਵਰਗੀ ਪਿਤਾ ਆ, ਇਹ ਸਵਰਗੀ ਪਿਤਾ ਜੋ ਸਾਡਾ ਪਰਮੇਸ਼ਵਰ ਆ, ਇਹ ਸਾਡਾ ਜੋ ਸਾਨੂੰ ਰਚਣ ਵਾਲਾ ਪਰਮੇਸ਼ਵਰ ਆ, ਇਹ ਬਹੁਤ ਹੀ ਇੰਟਰਸਟਿਡ ਆ ਸਾਡੇ ਜੀਵਨਾਂ ਦੇ ਵਿੱਚ। ਔਰ ਉਹ ਕਹਿੰਦਾ ਆ ਕਿ ਮੈਂ ਜੋ ਮੰਗਦਾ ਆ ਕਿ ਮੇਰੀ ਜੋ ਸ੍ਰਿਸ਼ਟੀ ਆ, ਮੇਰੇ ਲੋਕ ਜੋ ਆ, ਉਹ ਮੇਰੇ ਦਿਲ ਨੂੰ ਜਾਣ ਕਿ ਉਹ ਮੇਰੇ ਦਿਮਾਗ ਨੂੰ ਜਾਣ ਸਕਣ, ਕਿ ਉਹ ਸਮਝ ਸਕਣ ਕਿ ਮੈਂ ਉਹਨਾਂ ਤੋਂ ਕੀ ਉਮੀਦ ਕਰਦਾ ਆ। ਇਹ ਬਹੁਤ ਹੀ ਸੋਹਣਾ ਹੈ ਜੋ ਅਸੀਂ ਦੇਖਦੇ ਹਾਂ ਸਾਡੇ ਰਚਣ ਵਾਲੇ ਨੂੰ, ਕਿ ਉਹ ਕਦੀ ਵੀ ਆਪਣੇ ਆਪ ਨੂੰ ਨਹੀਂ ਡਰਿਆ ਕਿ ਆਪਣੇ ਆਪ ਨੂੰ ਐਕਸਪੋਜ਼ ਕਰ ਸਕੇ ਕਿ ਉਹ ਸਾਡੇ ਕੋਲੋਂ ਕੀ ਐਕਸਪੈਕਟ ਕਰਦਾ ਆ। ਕਿ ਉਹਨਾਂ ਲੋਕਾਂ ਤੋਂ ਜਿਸ ਲੋਕਾਂ ਦੀ ਉਸਨੇ ਸ੍ਰਿਸ਼ਟੀ ਕੀਤੀ, ਉਹਨਾਂ ਲੋਕਾਂ ਤੋਂ ਜੋ ਕਿ ਲੇਲੇ ਦੇ ਲਹੂ ਦੇ ਨਾਲ ਧੁਲੇ ਹੋਏ ਆ। ਜਦੋਂ ਕਿ ਅਸੀਂ ਪੈਸੇ ਦੀ ਗੱਲ ਕਰਦੇ ਹਾਂ ਕਿ ਪਰਮੇਸ਼ਵਰ ਬੜੀ ਦਲੇਰੀ ਦੇ ਨਾਲ ਇਹ ਗੱਲ ਨੂੰ ਕਹਿੰਦਾ ਆ ਕਿ ਆਪਣੇ 10ਵਾਂ ਹਿੱਸਾ ਮੇਰੇ ਘਰ ਵਿੱਚ ਲੈ ਕੇ ਆਵੋ। ਪਰਮੇਸ਼ਵਰ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਇਹ ਗੱਲ ਕਹਿੰਦਾ ਆ ਕਿ ਆਪਣਾ 10ਵਾਂ ਹਿੱਸਾ ਮੇਰੇ ਕੋਲ ਲੈ ਕੇ ਆਵੋ। ਸਾਡੀ ਇਸ ਜਨਰੇਸ਼ਨ ਦੇ ਵਿੱਚ ਇਹ ਬਹੁਤ ਹੀ ਹੋ ਸਕਦਾ ਹੈ ਕਿ ਅਸੀਂ ਕਹੀਏ ਕਿ ਇੱਦਾਂ ਨਹੀਂ ਹੋ ਸਕਦਾ, ਇੱਦਾਂ ਨਹੀਂ ਅਸੀਂ ਕਰ ਸਕਦੇ, ਲੇਕਿਨ ਪਰਮੇਸ਼ਵਰ ਜੋ ਆ ਉਹ ਕਹਿੰਦਾ ਹੈ ਕਿ ਮੈਨੂੰ ਕੋਈ ਸ਼ਰਮਿੰਦਗੀ ਨਹੀਂ ਹੈ ਇਹ ਕਹਿਣ ਦੇ ਵਿੱਚ ਕਿ ਜੋ ਮੈਂ ਕਹਿਣਾ ਮੰਗਦਾ ਹਾਂ। ਔਰ ਉਹਦੀਆਂ ਜੋ ਉਮੀਦਾਂ ਆ ਉਹ ਕਲੀਅਰ ਆ। ਉਹ ਕਹਿੰਦਾ ਕਿ ਮੈਂ ਮੰਗਦਾ ਹਾਂ ਕਿ ਇੱਕ ਚੰਗੀ ਔਲਾਦ ਇੱਕ ਆਦਮੀ ਔਰਤ ਤੋਂ ਪੈਦਾ ਹੋਵੇ। ਪਰਮੇਸ਼ਵਰ ਨਹੀਂ ਮੰਗਦਾ ਕਿ ਉਹਦੀ ਜੋ ਦੁਲਹਨ ਆ ਉਹ ਜਿੱਦਾਂ ਮਰਜ਼ੀ ਰਵੇ। ਉਹ ਮੰਗਦਾ ਆ ਕਿ ਉਹਦੀ ਦੁਲਹਨ ਜੋ ਆ ਉਹ ਕੀ ਉਮੀਦ ਕਰਦਾ ਆਪਣੀ ਦੁਲਹਨ ਤੋਂ। ਇਸ ਲਈ ਸਾਨੂੰ ਪਿਆਰ ਨੂੰ ਸਮਝਣ ਦੀ ਲੋੜ ਆ ਕਿ ਜੋ ਪਿਆਰ ਆ ਉਹ ਜੋ ਅਸੀਂ ਮਹਿਸੂਸ ਕਰਦੇ ਹਾਂ ਉਸ ਤੋਂ ਕਿਤੇ ਵੱਧ ਕੇ ਆ। ਇਹ ਸਾਡੇ ਵਾਸਤੇ ਸੰਭਵ ਹੈ ਕਿ ਅਸੀਂ ਕਿਸੇ ਨੂੰ ਪਿਆਰ ਕਰ ਸਕੀਏ, ਕਿਸੇ ਨੂੰ ਉਹਨਾਂ ਦੀ ਦਿਮਾਗ ਨੂੰ ਸਮਝਣ ਤੋਂ ਪਹਿਲਾਂ। ਇਹ ਜੋ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ, ਇਹ ਬਹੁਤ ਸਾਰੇ ਪ੍ਰਸ਼ਨਾਂ ਨੂੰ ਉਭਾਰਦੀਆਂ ਨੇ ਕਿ ਪਰਮੇਸ਼ਰ ਦੇ ਵਾਸਤੇ ਔਖੀ ਗੱਲ ਆ, ਗਲਤ ਗੱਲ ਆ ਕਿ ਆਪਣੇ ਦੁਲਹਨ ਤੋਂ ਕੁਛ ਉਮੀਦ ਕਰਨਾ। ਇਨਸਾਨੀ ਤੌਰ 'ਤੇ ਕਿ ਇੱਕ ਆਦਮੀ ਜੋ ਇੱਕ ਚੰਗੀ ਇਸਤਰੀ ਦੀ ਉਮੀਦ ਕਰ ਸਕਦਾ ਹੈ, ਕਿ ਜੋ ਚੰਗੀ ਇਸਤਰੀ ਆ ਉਹ ਚੰਗੇ ਆਦਮੀ ਦੀ ਉਮੀਦ ਕਰ ਸਕਦੀ। ਔਰ ਇਹੀ ਗੱਲ ਆ ਜੋ ਪਰਮੇਸ਼ਰ ਆਪਣੀ ਦੁਲਹਨ ਤੋਂ ਉਮੀਦ ਕਰਦਾ ਹੈ ਕਿ ਜੋ ਪਰਫੈਕਟ ਹੋਣਾ ਇੱਕ ਰਿਐਲਿਟੀ ਆ, ਜਿੱਥੇ ਕਿ ਇਸ ਕੇਸ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਇਨਸਾਨ ਇੱਕ ਦੂਸਰੇ ਤੋਂ ਉਮੀਦ ਕਰਦਾ ਆ ਕਿ ਇੱਕ ਦੂਜੇ ਨੂੰ ਪਰਫੈਕਟ ਹੋਣਾ। ਪਲੀਜ਼ ਮੇਰੀ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣੀਏ ਕਿ ਬੜਾ ਡੈਲੀਗੇਟ ਇਸ਼ੂ ਆ।
ਹੋਜ਼ਾਇਆ ਨਬੀ ਦੀ ਕਿਤਾਬ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਪਰਮੇਸ਼ਵਰ ਕਹਿੰਦਾ ਆ, ਹੋਜ਼ਾਇਆ ਨਬੀ ਨੂੰ ਕਹਿੰਦਾ ਆ ਕਿ ਜਾ ਕੇ ਇੱਕ ਵੈਸ਼ਿਆ ਦੇ ਨਾਲ ਸ਼ਾਦੀ ਕਰ। ਪਰਮੇਸ਼ਵਰ ਹੋਜ਼ਾਇਆ ਨਬੀ ਦੀ ਕਿਤਾਬ ਦਾ ਇਸਤੇਮਾਲ ਕਰਦਾ ਹੈ ਇਹ ਦਿਖਾਉਣ ਦੇ ਵਾਸਤੇ, ਕਿ ਲੋਕਾਂ ਨੂੰ ਇਹ ਦਿਖਾਉਣ ਦੇ ਵਾਸਤੇ ਕਿ ਕਿਸ ਤਰ੍ਹਾਂ ਉਹ ਜੀ ਰਹੇ ਸੀਗੇ, ਕਿ ਕਿਸ ਤਰ੍ਹਾਂ ਜੋ ਪਤੀ ਸੀਗਾ ਉਹ ਬਹੁਤ ਜ਼ਿਆਦਾ ਇਮਾਨਦਾਰ ਸੀਗਾ, ਔਰ ਕਿਸ ਤਰ੍ਹਾਂ ਜੋ ਉਹਦੀ ਪਤਨੀ ਸੀਗੀ ਬਾਰ-ਬਾਰ ਪਾਪ ਵਿੱਚ ਪੈ ਰਹੀ ਸੀਗੀ। ਔਰ ਇਹ ਬਹੁਤ ਵੱਡੀ ਗੱਲ ਆ ਕਿ ਕਿਸ ਤਰ੍ਹਾਂ ਪਰਮੇਸ਼ਵਰ ਆਪਣਾ ਦਿਖਾਉਂਦਾ ਹੈ ਕਿ ਮੇਰਾ ਜੋ ਰਿਸ਼ਤਾ ਆ ਆਪਣੇ ਲੋਕਾਂ ਦੇ ਨਾਲ। ਤੁਸੀਂ ਦੇਖ ਰਹੇ ਹੋ ਕਿ ਪਰਮੇਸ਼ਵਰ ਜੋ ਕਿ ਪਰਫੈਕਟ ਆ, ਉਹ ਕਿਸੇ ਨੂੰ ਦੇਖਦਾ ਆ, ਉਹ ਕਹਿੰਦਾ ਹੈ ਕਿ ਮੈਂ ਤੇਰੀ ਟੁੱਟੇ ਹੋਏ ਦਿਲ ਨੂੰ ਦੇਖਦਾ ਆ, ਮੈਂ ਤੇਰੀ ਕਮਜ਼ੋਰੀ ਨੂੰ ਦੇਖਦਾ ਆ, ਮੈਂ ਦੇਖਦਾ ਹੈ ਕਿ ਤੂੰ ਕਿਸ ਤਰ੍ਹਾਂ ਦਾ ਆ। ਲੇਕਿਨ ਪਰਮੇਸ਼ਵਰ ਕਲਾਮ ਕਹਿੰਦਾ ਆ ਕਿ ਉਹ ਸਾਡੀਆਂ ਕਮਜ਼ੋਰੀਆਂ ਦੇ ਨਾਲ ਸਿੰਪਥਾਈਜ਼ ਕਰਦਾ ਹੈ। ਜਦੋਂ ਸਾਡੇ ਵੱਲ ਨੂੰ ਦੇਖਦਾ ਆ, ਉਹ ਜਦੋਂ ਸਾਡੇ ਨਾਲ ਸ਼ਾਦੀ ਕਰਦਾ ਹੈ, ਉਹ ਇਸ ਕਰਕੇ ਨਹੀਂ ਕਿ ਅਸੀਂ ਪਰਫੈਕਟ ਹਾਂ, ਉਹ ਸਾਡੇ ਨਾਲ ਸ਼ਾਦੀ ਕਰਦਾ ਹੈ ਕਿਉਂਕਿ ਅਸੀਂ ਉਹਦੀ ਇੱਕ ਨੇਮ ਦੇ ਵਿੱਚ ਬਣ ਜਾਂਦੇ ਹਾਂ, ਉਹਦੇ ਨੇਮ ਦੇ ਵਿੱਚ ਆਉਂਦੇ ਹਾਂ। ਔਰ ਇਸ ਲਈ ਜੋ ਸਾਨੂੰ ਕੰਮ ਕਰਨ ਦੀ ਲੋੜ ਆ, ਔਰ ਇਹ ਨਹੀਂ ਕਿ ਅਸੀਂ ਪਿਛਲੇ ਕੱਲ੍ਹ ਦੇ ਉੱਤੇ ਕੰਮ ਕਰੀਏ, ਪਰ ਪਰਮੇਸ਼ਵਰ ਕਹਿੰਦਾ ਆ ਕਿ ਮੈਂ ਤੁਹਾਡੇ ਤੋਂ ਉਮੀਦ ਕਰਦਾ ਆ ਕਿ ਤੁਸੀਂ ਆਪਣੇ ਅੱਜ ਦੇ ਉੱਤੇ ਕੰਮ ਕਰੋ। ਕਲਾਮ ਦੱਸਦਾ ਆ ਕਿ ਉਹਦੀ ਦਇਆ ਨਵੀਆਂ ਆ, ਹਰ ਰੋਜ਼ ਨਵੀਆਂ ਆ, ਹਰ ਰੋਜ਼ ਪਰਮੇਸ਼ਵਰ ਆਪਣੀ ਦਇਆ ਨੂੰ ਨਵੀਂ ਕਰਦਾ ਆ ਤੁਹਾਡੇ ਵੱਲ ਨੂੰ। ਹਰ ਰੋਜ਼ ਪਰਮੇਸ਼ਵਰ ਉਹ ਮੰਗਦਾ ਆ ਕਿ ਅਸੀਂ ਉਹ ਆਪਣੇ ਪਿਆਰ ਦੇ ਨਾਲ ਸਾਨੂੰ ਭਰਦਾ ਆ। ਹੋ ਸਕਦਾ ਆ ਕਿ ਜਦੋਂ ਅਸੀਂ ਚੰਗੇ ਨਾ ਹੁੰਦੇ ਹੋਏ ਆਪਣੇ ਪਤੀ ਪਤਨੀ ਤੋਂ ਚੰਗਿਆਈ ਦੀ ਉਮੀਦ ਕਰਦੇ ਹਾਂ, ਲੇਕਿਨ ਇੱਕ ਸਟੈਂਡਰਡ ਆ ਜੋ ਕਿ ਪਰਮੇਸ਼ਵਰ ਜਦੋਂ ਕਿ ਇੱਕ ਰਾਜਾ ਸਾਨੂੰ ਉੱਚਾ ਕਰਦਾ ਆ। ਉਹ ਸਾਡੇ ਕੋਲ ਆਪਣੀ ਰਾਜਕਾਈ ਨਹੀਂ ਸੀਗੀ, ਲੇਕਿਨ ਰਾਜਾ ਸਾਨੂੰ ਆਪਣੀ ਪੈਲਸ ਵਿੱਚ ਲੈ ਕੇ ਆਉਂਦਾ ਆ, ਆਪਣੇ ਰਾਜ ਵਿੱਚ ਲੈ ਕੇ ਆਉਂਦਾ ਹੈ, ਆਪਣੇ ਨੇਮ ਦੇ ਨਾਲ ਬਣਦਾ ਆ, ਆਪਣਾ ਬਣਾਉਂਦਾ ਆ। ਔਰ ਹੁਣ ਇੱਕ ਉਹ ਉਮੀਦ ਕਰਦਾ ਸਾਡੇ ਕੋਲੋਂ ਕੁਛ। ਇਸ ਲਈ ਜਦੋਂ ਕਿਸੇ ਦੀ ਸ਼ਾਦੀ ਹੁੰਦੀ ਆ ਰਾਜਕਾਈ ਦੇ ਵਿੱਚ, ਇੱਕ ਐਕਸਪੈਕਟੇਸ਼ਨ, ਇੱਕ ਉਮੀਦ ਹੁੰਦੀ ਆ, ਇੱਕ ਉਮੀਦ ਕੀਤੀ ਜਾਂਦੀ ਆ ਉਹਨਾਂ ਕੋਲੋਂ, ਇਨਸਾਨੀ ਤਰੀਕੇ ਦੇ ਨਾਲ ਨਹੀਂ, ਕਿ ਜਦੋਂ ਇੱਕ ਔਰਤ ਆਪਣੀ ਇੱਕ ਜਿਸ ਤਰ੍ਹਾਂ ਕਿ ਔਰਤ ਆਪਣੇ ਆਦਮੀ ਨੂੰ ਕਨਵਿੰਸ ਕਰ ਸਕਦੀ ਆ ਕਿ ਸਾਰਾ ਕੁਝ ਛੱਡ ਕੇ ਮੇਰੇ ਕੋਲ ਆ ਜਾ। ਲੇਕਿਨ ਅਸੀਂ ਉਸ ਰਾਜੇ ਦੀ ਗੱਲ ਕਰ ਰਹੇ ਹਾਂ ਜੋ ਕਿ ਰਾਜਿਆਂ ਦਾ ਰਾਜਾ ਆ, ਪ੍ਰਭੂਆਂ ਦਾ ਪ੍ਰਭੂ ਆ। ਇੱਕ ਇਨਸੀਡੈਂਟ ਸੀਗਾ ਬਾਈਬਲ ਦੇ ਵਿੱਚ ਕਿ ਜਦੋਂ ਇਸ ਤੋਂ ਪਹਿਲਾਂ ਕਿ ਸ਼ਾਦੀ ਹੋਈ ਸੀਗੀ ਇੱਕ ਰਾਜਾ ਦੀ ਅਸਤਰ ਦੇ ਨਾਲ, ਉਸ ਤੋਂ ਪਹਿਲਾਂ ਉਹਦੀ ਸ਼ਾਦੀ ਇੱਕ ਵੈਸ਼ਤੀ ਰਾਣੀ ਦੇ ਨਾਲ ਹੋਈ ਸੀਗੀ। ਇੱਕ ਬਹੁਤ ਵੱਡਾ ਸੈਲੀਬ੍ਰੇਸ਼ਨ ਸੀਗਾ। ਰਾਜੇ ਨੇ ਆਪਣੀ ਰਾਣੀ ਨੂੰ ਬੁਲਾਇਆ ਕਿਉਂਕਿ ਉਹ ਦਿਖਾਣਾ ਮੰਗਦਾ ਸੀਗਾ ਲੋਕਾਂ ਨੂੰ ਕਿ ਉਹਦੀ ਰਾਣੀ ਕਿੰਨੀ ਖੂਬਸੂਰਤ ਆ। ਲੇਕਿਨ ਉਸ ਰਾਣੀ ਨੇ ਆਣਾ ਮਨਾ ਕਰ ਦਿੱਤਾ। ਉਸਨੇ ਕਿਹਾ, ਕਲਾਮ ਨੇ ਕਿਹਾ ਕਿ ਰਾਜਾ ਸੀਗਾ ਬਹੁਤ ਗੁੱਸੇ ਹੋਇਆ ਔਰ ਉਸਨੇ ਪੁੱਛਿਆ ਕਿ ਕੀ ਕਰਨਾ ਚਾਹੀਦਾ ਆ। ਉਸਨੇ ਪੁੱਛਿਆ ਕਿ ਕੀ ਕਰਨਾ ਚਾਹੀਦਾ ਹੈ ਜਿਸਨੇ ਮੇਰੀ ਗੱਲ ਨੂੰ ਮਨਾ ਕਰ ਦਿੱਤਾ। ਔਰ ਲੋਕਾਂ ਨੇ ਉਸਨੂੰ ਕਿਹਾ ਕਿ ਜੇ ਇਹ ਜੋ ਬਿਹੇਵੀਅਰ ਹੈ, ਜੇ ਇਸ ਨੂੰ ਠੀਕ ਨਾ ਕੀਤਾ ਜਾਵੇ ਤਾਂ ਫਿਰ ਕੁਝ ਸ਼ੁਰੂ ਹੋ ਜਾਊਗਾ, ਪੂਰੀ ਰਾਜ ਦੇ ਵਿੱਚ ਕੁਝ ਸ਼ੁਰੂ ਹੋ ਜਾਊਗਾ। ਪੂਰੇ ਰਾਜ ਦੇ ਵਿੱਚ ਜਿਹੜੀਆਂ ਪਤਨੀਆਂ ਆ ਉਹ ਪਤੀਆਂ ਨੂੰ ਥੱਲੇ ਕਰਨਗੀਆਂ, ਕਿਉਂਕਿ ਹੁਣ ਉਹ ਕਹਿਣਗੀਆਂ ਕਿ ਰਾਣੀ ਨੇ ਇੱਦਾਂ ਕੀਤਾ, ਇਸ ਲਈ ਅਸੀਂ ਵੀ ਇੱਦਾਂ ਕਰ ਸਕਦੇ ਹਾਂ। ਦੂਸਰੇ ਸ਼ਬਦਾਂ ਦੇ ਵਿੱਚ, ਜਦੋਂ ਇੰਨਾ ਜ਼ਿਆਦਾ ਕਿਸੇ ਨੂੰ ਆਦਰ ਦਿੱਤਾ ਗਿਆ ਸੀਗਾ, ਇੱਕ ਉਮੀਦ ਸੀਗੀ ਉਹਨਾਂ ਤੋਂ ਕਿ ਉਹਨਾਂ ਦੇ ਵਾਸਤੇ ਨਹੀਂ ਬਲਕਿ ਉਹਨਾਂ ਆਪਣੇ ਰਾਜੇ ਨੂੰ ਦਰਸਾਉਂਦੇ ਸੀਗੇ। ਉਹਨਾਂ ਨੂੰ ਇਹ ਸੀਗਾ ਕਿ ਉਹਦੀ ਆਦਰ ਕਰਨ, ਆਪਣੇ ਰਾਜੇ ਦਾ ਆਦਰ ਕਰਨ। ਇਸ ਕਰਕੇ ਯਿਸੂ ਮਸੀਹ ਇਹ ਕਹਿੰਦਾ ਆ ਕਿ ਜੋ ਮੇਰੇ ਹੁਕਮਾਂ ਦਾ ਪਾਲਨ ਕਰਦਾ ਆ ਉਹ ਹਨ ਜੋ ਮੈਨੂੰ ਪਿਆਰ ਕਰਦੇ ਆ। ਔਰ ਉਹ ਕਹਿੰਦਾ ਕਿ ਹਾਂ, ਉਹ ਮੇਰਾ ਪਿਤਾ ਉਹਨਾਂ ਨੂੰ ਪਿਆਰ ਕਰੇਗਾ ਔਰ ਮੈਂ ਪਿਆਰ ਕਰਾਂਗਾ ਉਹਨਾਂ ਨੂੰ, ਔਰ ਮੈਂ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਦਰਸਾਵਾਂਗਾ। ਇਸ ਲਈ ਪਰਮੇਸ਼ਵਰ ਦੇ ਲੋਕੋ, ਜਦੋਂ ਪਰਮੇਸ਼ਵਰ ਤੁਹਾਡੇ ਕੋਲੋਂ ਕੁਝ ਉਮੀਦ ਕਰਦਾ ਆ,
ਇਹ ਬਹੁਤ ਵੱਡੀ ਸਾਡਾ ਇਮਤਿਹਾਨ ਆ ਕਿ ਅਸੀਂ ਉਹਨੂੰ ਕਿੰਨਾ ਪਿਆਰ ਕਰਦੇ ਹਾਂ। ਜਦੋਂ ਅਸੀਂ ਉਹਨੂੰ ਪਿਆਰ ਕਰਦੇ ਹਾਂ, ਉਹ ਕਹਿੰਦਾ ਹੈ ਕਿ ਸਾਨੂੰ ਪਿਤਾ ਪਿਆਰ ਕਰੇਗਾ ਔਰ ਇਸ ਕਰਕੇ ਔਰ ਪਿਤਾ ਆਪਣੇ ਆਪ ਨੂੰ ਸਾਨੂੰ ਦਿਖਾਵੇਗਾ। ਔਰ ਮੇਰਾ ਵਿਸ਼ਵਾਸ ਆ ਕਿ ਇਹ ਵਕਤ ਆ ਗਿਆ ਕਿ ਪਰਮੇਸ਼ਵਰ ਦਾ ਆਤਮਾ ਕਿ ਆਪਣੇ ਆਪ ਨੂੰ ਦਿਖਾਉਣਾ ਮੰਗਦਾ ਲੋਕਾਂ ਦੇ ਵਿੱਚ। ਪਰਮੇਸ਼ਵਰ ਸਾਨੂੰ ਨਾਪ ਰਿਹਾ ਆ ਔਰ ਮੇਰਾ ਪੂਰਾ ਵਿਸ਼ਵਾਸ ਆ ਕਿ ਪਰਮੇਸ਼ਵਰ ਵੀਡੀਓਜ਼ ਦਾ ਇਸਤੇਮਾਲ ਕਰੇਗਾ ਬਿਦਾਰੀ ਲੈ ਕੇ ਆਉਣ ਦੇ ਵਾਸਤੇ। ਔਰ ਮੇਰਾ ਇਹ ਵੀ ਵਿਸ਼ਵਾਸ ਆ ਕਿ ਇਸ ਤਰ੍ਹਾਂ ਹੋ ਵੀ ਰਿਹਾ ਆ ਕਿ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਹੋ, ਜਦੋਂ ਤੁਸੀਂ ਪਰਮੇਸ਼ਵਰ ਦੀ ਚਾਹਤ ਦੇ ਵਿੱਚ ਲੱਗ ਜਾਂਦੇ ਹੋ, ਉਹਦੇ ਵਚਨ ਨੂੰ ਪੂਰਾ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿੱਚ ਪਿਆਰ ਕਰਦੇ ਹੋ, ਪਰਮੇਸ਼ਵਰ ਨੂੰ ਉਸਨੂੰ ਪਸੰਦ ਕਰਾਉਣਾ ਮੰਗਦੇ ਹੋ, ਪਰ ਜੋ ਪਰਮੇਸ਼ਵਰ ਕਰਨਾ ਮੰਗਦਾ ਉਹ ਕਰਨਾ ਮੰਗਦੇ ਹੋ। ਜਦੋਂ ਤੁਸੀਂ ਪਰਮੇਸ਼ਵਰ ਨੂੰ ਆਪਣੇ ਪਰਿਵਾਰ ਨਾਲੋਂ ਜ਼ਿਆਦਾ ਪਿਆਰ ਕਰਦੇ ਹੋ, ਆਪਣੇ ਦੋਸਤਾਂ ਨਾਲੋਂ ਜ਼ਿਆਦਾ ਪਿਆਰ ਕਰਦੇ ਹੋ, ਪਰਮੇਸ਼ਵਰ ਦੇ ਮੂੰਹ ਦੇ ਉੱਤੇ ਤੁਸੀਂ ਮੁਸਕਰਾਹਟ ਲੈ ਕੇ ਆਉਣਾ ਮੰਗਦੇ ਹੋ, ਪਰਮੇਸ਼ਵਰ ਤੁਹਾਨੂੰ ਬਹੁਤ ਪਿਆਰ ਕਰੇਗਾ। ਪਰਮੇਸ਼ਵਰ ਪਿਤਾ ਤੁਹਾਨੂੰ ਪਿਆਰ ਕਰੇਗਾ ਔਰ ਉਹ ਆਪਣੇ ਆਪ ਨੂੰ ਤੁਹਾਨੂੰ ਦਿਖਾਵੇਗਾ। ਅਸੀਂ ਇਸ ਮੌਸਮ ਦੇ ਵਿੱਚ ਹਾਂ ਜਿੱਥੇ ਕਿ ਪਰਮੇਸ਼ਵਰ ਇੱਕ ਬਹੁਤ ਵੱਡੀ ਆਪਣੀ ਦਇਆ ਲੋਕਾਂ ਦੇ ਉੱਤੇ, ਆਪਣੀ ਦੁਲਹਨ ਉੱਤੇ ਲੈ ਕੇ ਆ ਰਿਹਾ ਆ। ਰੂਹਾਨੀ ਆਲਮ ਨੂੰ ਉਹਨਾਂ ਦੇ ਉੱਤੇ ਦਰਸਾ ਰਿਹਾ ਆ ਜੋ ਕਿ ਉਹਨੂੰ ਚਾਹੁੰਦੇ ਆ, ਜੋ ਕਿ ਆਪਣੇ ਆਪ ਨੂੰ ਅਲੱਗ ਕਰਦੇ ਆ ਉਹਦੇ ਵਾਸਤੇ, ਉਹਦੇ ਹੁਕਮਾਂ ਦੇ ਵਾਸਤੇ, ਉਹਦੇ ਕੰਮਾਂ ਦੇ ਵਾਸਤੇ, ਉਹਦੇ ਹੁਕਮਾਂ ਨੂੰ ਪਾਲਣ ਕਰਦੇ ਆ, ਜੋ ਕਿ ਆਪਣੇ ਸਰੀਰ ਨੂੰ ਦਬਾਉਂਦੇ ਆ ਹਰ ਨਿਸ਼ਚੈ ਦੇ ਵਿੱਚ। ਔਰ ਜਦੋਂ ਇੱਦਾਂ ਕਰਦੇ ਆ ਤਾਂ ਪਰਮੇਸ਼ਵਰ ਦੇ ਚਿਹਰੇ 'ਤੇ ਮੁਸਕਰਾਹਟ ਆਉਂਦੀ ਆ। ਔਰ ਜਦੋਂ ਦੇਖਦਾ ਕਿ ਉਹਦੇ ਲੋਕ ਉਸ ਦੀ ਪਾਲਣਾ ਕਰਦੇ ਆ, ਉਹ ਉਹਨਾਂ ਦੇ ਨਜ਼ਦੀਕ ਆਉਂਦਾ ਆ, ਉਹ ਆਪਣੇ ਲੋਕਾਂ ਨੂੰ ਆਪਣੇ ਆਪ ਨੂੰ ਦਿਖਾਉਂਦਾ ਆ, ਆਪਣੇ ਲੋਕਾਂ ਦੇ ਸਾਹਮਣੇ ਆਉਂਦਾ ਆ। ਮੇਰੀ ਪ੍ਰਾਰਥਨਾ ਆ ਕਿ ਇਸ ਸੀਜ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਤਰ੍ਹਾਂ ਦੇ ਬਣੀਏ, ਨਾ ਕਿ ਬਜਾਏ ਇਸ ਦੁਨੀਆ ਦੇ ਜਿੱਥੇ ਕਿ ਹੁਣ ਲੱਗ ਰਿਹਾ, ਜਿੱਥੇ ਕਿ ਹੁਣ ਪਤਾ ਲੱਗ ਰਿਹਾ ਕਿ 70% ਡਿਵੋਰਸ ਰੇਟ ਜੋ ਜ਼ਿਆਦਾ ਵੱਧ ਗਏ ਆ, ਜਦੋਂ ਬਹੁਤ ਸਾਰੇ ਡਿਵੀਜ਼ਨਸ ਆ ਚਰਚਿਸ ਦੇ ਵਿੱਚ। ਇਸ ਮੌਸਮ ਦੇ ਵਿੱਚ ਪਰਮੇਸ਼ਵਰ ਦੇ ਲੋਕੋ, ਕੀ ਤੁਸੀਂ ਲੱਭੋਗੇ ਪਰਮੇਸ਼ਵਰ ਦੀ ਹਜ਼ੂਰੀ ਨੂੰ ਭਾਲਦੇ ਹੋਏ? ਕੀ ਤੁਸੀਂ ਲੱਭੋਗੇ ਪਰਮੇਸ਼ਵਰ ਦੀ ਚਾਹਤ ਨੂੰ ਭਾਲਦੇ ਹੋਏ ਆਪਣੇ ਸ਼ਾਦੀ ਦੇ ਵਿੱਚ? ਕੀ ਤੁਸੀਂ ਲੱਭੋਗੇ ਪਰਮੇਸ਼ਵਰ ਦੀ ਚਾਹਤ ਨੂੰ ਭਾਲਦੇ ਹੋਏ ਆਪਣੇ ਜੀਵਨ ਦੇ ਵਿੱਚ? ਕਿ ਜਦੋਂ ਤੁਸੀਂ ਆਪਣੇ ਆਪ ਨੂੰ ਅੱਗੇ ਕਰਦੇ ਹੋ ਪਰਮੇਸ਼ਵਰ ਦੀ ਚਾਹਵਾਨਾਂ ਦੇ ਵਿੱਚ, ਜਦੋਂ ਪਰਮੇਸ਼ਵਰ ਤੁਹਾਨੂੰ ਇਸ ਤਰ੍ਹਾਂ ਲੱਭੇਗਾ, ਉਹ ਤਾਂ ਆਪਣੇ ਆਪ ਨੂੰ ਤੁਹਾਨੂੰ ਦਰਸਾਵੇਗਾ। ਜਦੋਂ ਮੈਂ ਤੁਹਾਨੂੰ ਇਹ ਵਚਨ ਲੈ ਕੇ ਆ ਰਿਹਾ ਸੀ ਤੁਹਾਡੇ ਕੋਲ, ਮੈਨੂੰ ਇੱਕ ਬੜਾ ਹੀ ਇੰਟਰਸਟਿੰਗ ਵਿਜ਼ਨ ਦਿਖਿਆ। ਔਰ ਇੱਕ ਬਹੁਤ ਹੀ ਜੋ ਵਿਜ਼ਨ ਸੀਗਾ ਉਹ ਸੀਗਾ ਇੱਕ ਬਹੁਤ ਹੀ ਖੁਸ਼ ਔਰ ਐਕਟਿਵ, ਇੱਕ ਬਹੁਤ ਹੀ ਹਰਾ ਰੰਗ ਦਾ ਕੈਟਰਪਿਲਰ ਜੋ ਮੈਂ ਦੇਖਿਆ। ਔਰ ਉਹ ਹਿਲ ਰਿਹਾ ਸੀਗਾ, ਦਿਖ ਰਿਹਾ ਸੀਗਾ ਸਾਰੇ ਪਾਸੇ। ਔਰ ਮੈਂ ਦੇਖਿਆ, ਮੈਂ ਕਿਹਾ ਪ੍ਰਭੂ ਇਹ ਕੀ ਆ, ਇਹਦਾ ਮਤਲਬ ਕੀ ਆ? ਔਰ ਪ੍ਰਭੂ ਨੇ ਕਿਹਾ ਬਹੁਤ ਸਾਰੇ ਜਣੇ ਅਸੀਂ ਇਸ ਸੀਜ਼ਨ ਨੂੰ ਕੈਟਰਪਿਲਰ ਦੀ ਤਰ੍ਹਾਂ ਇੰਜੋਏ ਕਰ ਰਹੇ ਹਾਂ। ਅਸੀਂ ਉਸ ਜਗ੍ਹਾ 'ਤੇ ਨਹੀਂ ਪਹੁੰਚੇ ਕਿ ਅਸੀਂ ਆਪਣੇ ਆਪ ਵਿੱਚ ਮਰ ਸਕੀਏ। ਅਸੀਂ ਤਾਂ ਉਸ ਤੋਂ ਬਾਅਦ ਕੋਕੂਨ ਵਿੱਚ ਜਾ ਸਕੀਏ ਜਿੱਥੇ ਕਿ ਅਸੀਂ ਆਪਣੇ ਆਪ ਵਿੱਚ ਮਰ ਸਕੀਏ, ਤਾਂ ਕਿ ਅਸੀਂ ਉਹ ਬਣ ਸਕੀਏ ਜੋ ਕਿ ਪਰਮੇਸ਼ਰ ਮੰਗਦਾ ਹੈ ਕਿ ਅਸੀਂ ਬਣੀਏ। ਲੇਕਿਨ ਅਸੀਂ ਆਪਣੀ ਲਾਈਫ ਨੂੰ ਬਹੁਤ ਹੀ ਇੰਜੋਏ ਕਰ ਰਹੇ ਹਾਂ, ਅਸੀਂ ਆਪਣੀ ਫਰੀडम ਨੂੰ ਇੰਜੋਏ ਕਰ ਰਹੇ ਹਾਂ। ਅਸੀਂ ਉਸ ਜਗ੍ਹਾ ਵਿੱਚ ਨਹੀਂ ਆਏ ਕਿ ਅਸੀਂ ਆਪਣੇ ਆਪ ਦੇ ਵਿੱਚ ਮਰ ਸਕੀਏ। ਔਰ ਜਦੋਂ ਇਸ ਤਰ੍ਹਾਂ ਦਾ ਵਿਜ਼ਨ ਆਉਂਦਾ ਆ, ਸਾਨੂੰ ਦੇਖਣ ਦੀ ਲੋੜ ਹੈ ਆਪਣੇ ਦਿਲ ਦੇ ਵਿੱਚ ਕਿ ਕੀ ਸਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੀ ਗੱਲਾਂ ਆ
ਜਿੱਥੇ ਕਿ ਅਸੀਂ ਇਸ ਤਰ੍ਹਾਂ ਦੇ ਕੈਟਰਪਿਲਰ ਦੀ ਵਾਂਗੂ ਰਹਿ ਰਹੇ ਹਾਂ, ਜਿੱਥੇ ਅਸੀਂ ਆਪਣੀਆਂ ਗੱਲਾਂ ਆਪਣੇ ਦਿਲ ਦੀਆਂ ਗੱਲਾਂ ਮੰਨ ਰਹੇ ਹਾਂ, ਜਾਂ ਅਸੀਂ ਆਪਣੀ ਚਾਹਨਾਵਾਂ ਕਰ ਰਹੇ ਹਾਂ, ਜਾਂ ਫਿਰ ਅਸੀਂ ਇਹ ਦੇਖ ਰਹੇ ਹਾਂ ਕਿ ਜੇ ਅਸੀਂ ਆਪਣੇ ਆਪ ਵਿੱਚ ਮਰ ਸਕੀਏ ਤਾਂ ਫਿਰ ਕੀ ਹੋਏਗਾ, ਕਿ ਇੱਕ ਇਸ ਤਰ੍ਹਾਂ ਦੀ ਗੱਲ ਹੋਊਗੀ ਜਦੋਂ ਅਸੀਂ ਆਪਣੇ ਆਪ ਵਿੱਚ ਮਰ ਜਾਵਾਂਗੇ, ਜਦੋਂ ਕਿ ਅਸੀਂ ਉਹਨਾਂ ਗੱਲਾਂ ਤੋਂ ਮਰ ਜਾਵਾਂਗੇ ਜੋ ਕਿ ਸਾਨੂੰ ਮਨ ਪਾਉਂਦੀਆਂ ਆ, ਅਸੀਂ ਉਹ ਰਿਅਲਾਈਜ਼ ਕਰਾਂਗੇ। ਜਦੋਂ ਅਸੀਂ ਆਪਣੇ ਆਪ ਵਿੱਚ ਮਰਾਂਗੇ, ਉਹ ਟਰਾਂਸਫਾਰਮ ਕਰੂਗਾ, ਕਿ ਸਾਨੂੰ ਉਹ ਟਰਾਂਸਫਾਰਮ ਕਰੂਗਾ ਉਹਨਾਂ ਗੱਲਾਂ ਵਿੱਚ ਜਾਣ ਦੇ ਵਿੱਚ ਜੋ ਕਿ ਉਹ ਗੱਲਾਂ ਅਸੀਂ ਕਦੀ ਨਹੀਂ ਦੇਖੀਆਂ, ਕਦੀ ਨਹੀਂ ਸੁਣੀਆਂ। ਮੈਂ ਕਿਸੇ ਦੇ ਉੱਤੇ ਅਗਮ ਵਾਕ ਕਰ ਰਿਹਾ ਹਾਂ, ਮੈਂ ਜਾਣਦਾ ਹਾਂ, ਅਸੀਂ ਸਾਰੇ ਮਹਿਸੂਸ ਕਰਦੇ ਹਾਂ ਅਸੀਂ ਬਹੁਤ ਬਰਕਤ ਵਾਲੇ ਹਾਂ। ਮੈਨੂੰ ਪਤਾ ਹੈ ਤੁਸੀਂ ਬਹੁਤ ਦੂਰ ਆ ਚੁੱਕੇ ਹੋ, ਲੇਕਿਨ ਮੈਂ ਮੰਗਦਾ ਕਿ ਤੁਸੀਂ ਇਸ ਪ੍ਰੋਫੈਟਿਕ ਵਰਡ ਨੂੰ ਸੁਣੋ, ਕਿ ਜੋ ਵੀ ਤੁਸੀਂ ਪਰਮੇਸ਼ਵਰ ਦੇ ਵਿੱਚ ਜੋ ਵੀ ਐਕਸਪੀਰੀਅੰਸ ਕੀਤਾ ਹੈ, ਉਹ ਸਾਰੀਆਂ ਗੱਲਾਂ ਬਹੁਤ ਛੋਟੀਆਂ ਹੋ ਪੈਣਗੀਆਂ ਉਹਨਾਂ ਦੇ ਸਾਹਮਣੇ ਜੋ ਕਿ ਪਰਮੇਸ਼ਵਰ ਤੁਹਾਨੂੰ ਦਿਖਾਉਣਾ ਮੰਗਦਾ ਆ। ਯਾਦ ਰੱਖੀਏ ਕਿ ਪਰਮੇਸ਼ਵਰ ਯਿਸੂ ਮਸੀਹ, ਜਦੋਂ ਕਿ ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਯਿਸੂ ਮਸੀਹ ਆਪਣੇ ਆਪ ਨੂੰ ਤੁਹਾਨੂੰ ਦਿਖਾਵੇ, ਪਿਤਾ ਦਾ ਤਬ ਤੁਹਾਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਆ। ਔਰ ਪਿਤਾ ਤੁਹਾਨੂੰ ਉਦੋਂ ਹੀ ਪਿਆਰ ਕਰੇਗਾ ਜਦੋਂ ਤੁਸੀਂ ਉਹਦੇ ਹੁਕਮਾਂ ਦਾ ਪਾਲਣ ਕਰੋਗੇ। ਪਹਿਲਾ ਜੋ ਲੈਵਲ ਆ, ਪਰਮੇਸ਼ਰ ਨੇ ਪਿਆਰ ਕੀਤਾ ਜਗਤ ਨੂੰ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਉਹ ਕਹਿੰਦਾ ਕਿ ਮੈਂ ਜਗਤ ਨੂੰ ਇੰਨਾ ਪਿਆਰ ਕਰਦਾ ਕਿ ਮੈਂ ਆਪਣਾ ਇਕਲੌਤਾ ਪੁੱਤਰ ਦੇਵਾਂਗਾ ਔਰ ਤੁਹਾਡੇ ਪਾਪਾਂ ਲਈ ਮਰੇਗਾ। ਇਹ ਸਾਰਾ ਸੰਸਾਰ ਜੋ ਐਕਸਪੀਰੀਅੰਸ ਕਰਦਾ ਹੈ। ਲੇਕਿਨ ਇੱਕ ਹੋਰ ਪਿਆਰ ਆ ਜੋ ਕਿ ਸਿਰਫ ਜਦੋਂ ਉਹ ਲੋਕ ਮਹਿਸੂਸ ਕਰਦੇ ਆ ਜੋ ਕਿ ਉਹਦੀ ਦੁਲਹਨ ਆ, ਜੋ ਕਿ ਕਹਿੰਦਾ ਕਿ ਮੈਂ ਤੈਨੂੰ ਆਪਣੀ ਅੰਦਰਲੀ ਕੋਠੜੀ ਵਿੱਚ ਲੈ ਕੇ ਆਊਂਗਾ, ਕਿ ਉਹ ਦਿਖਾਵਾਂਗਾ ਜੋ ਹੋਰ ਕੋਈ ਨਹੀਂ ਦੇਖਦਾ, ਤੂੰ ਉਹ ਸਮਝੂਗਾ ਜੋ ਹੋਰ ਕੋਈ ਨਹੀਂ ਸਮਝਦਾ। ਇਸ ਲਈ ਪਲੀਜ਼ ਮੈਂ ਮੰਗਦਾ ਕਿ ਤੁਸੀਂ ਇਸ ਗੱਲ ਨੂੰ ਸਮਝੀਏ। ਇਹ ਇਸ ਕਰਕੇ ਨਹੀਂ ਸੀਗਾ ਕਿ ਯਹੂਨਾ ਨੂੰ ਜਦੋਂ ਪੈਤਮਸ ਦੇ ਇਲਾਕੇ ਦੇ ਵਿੱਚ, ਆਈਲੈਂਡ ਦੇ ਵਿੱਚ ਲੈ ਕੇ ਆਂਦਾ, ਕਿ ਉੱਥੇ ਆਲਰੇਡੀ ਸਵਰਗ ਖੁੱਲ੍ਹੇ ਹੋਏ ਸੀਗੇ। ਜਿਸ ਤਰ੍ਹਾਂ ਕਿ ਕਈ ਮੂਵੀਆਂ ਵਿੱਚ ਲਿਖਿਆ ਹੈ, ਮੂਵੀਆਂ ਵਿੱਚ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਲੋਕੇਸ਼ਨ ਵਿੱਚ ਜਾਂਦੇ ਆ, ਉੱਥੇ ਆਲਰੇਡੀ ਲੋਕੇਸ਼ਨ ਇੱਦਾਂ ਦੀ ਹੁੰਦੀ ਆ। ਇਹ ਗੱਲ ਇੱਥੇ ਨਹੀਂ ਸੀਗੀ, ਇਹ ਯਹੂਨਾ ਦੇ ਵਾਸਤੇ ਗੱਲ ਨਹੀਂ ਸੀਗੀ। ਇੱਥੇ ਜਦੋਂ ਕਿ ਉਹਨੂੰ ਇਕੱਲਾ ਕੀਤਾ ਗਿਆ ਪੈਤਮੋਸ ਦੇ ਵਿੱਚ, ਬਹੁਤ ਸਾਰੇ ਸਮੇਂ ਉਹ ਇਕੱਲਾ ਸੀਗਾ। ਉਹ ਲੜ ਰਿਹਾ ਸੀਗਾ, ਸਟਰਗਲ ਕਰ ਰਿਹਾ ਸੀਗਾ, ਬਹੁਤ ਸਾਰੇ ਚੈਲੰਜਸ ਸੀਗੇ, ਲੇਕਿਨ ਉਸਨੇ ਮੰਨਿਆ, ਉਸਨੇ ਚੁਣਿਆ ਕਿ ਉਹ ਆਤਮਾ ਦੇ ਵਿੱਚ ਰਵੇ, ਜਿਹਦਾ ਕਰਕੇ ਉਹਦੇ ਉੱਤੇ ਯਿਸੂ ਮਸੀਹ ਨੇ ਆਪਣੇ ਦਰਸ਼ਨ ਦਿੱਤੇ। ਔਰ ਇਸ ਕਰਕੇ ਜਦੋਂ ਉਹਦਾ ਜੋ ਸਰੀਰ ਸੀਗਾ, ਉਹਦੀਆਂ ਅੱਖਾਂ ਬੰਦ ਸੀਗੀਆਂ, ਉਹਦੀ ਰੂਹਾਨੀ ਅੱਖਾਂ ਖੁੱਲ੍ਹ ਗਈਆਂ। ਔਰ ਜਿੰਨਾ ਜ਼ਿਆਦਾ ਅਸੀਂ ਆਪਣੇ ਸਰੀਰ ਨੂੰ ਦਬਾਉਂਦੇ ਹਾਂ, ਇਹ ਯਾਦ ਰੱਖੀਏ ਕਿ ਅਚਾਨਕ ਅਗਲੇ ਦਿਨ ਤੁਹਾਨੂੰ ਪਰਮੇਸ਼ਵਰ ਦੀ ਆਤਮਾ ਅਗਲੇ ਦਿਨ ਨਹੀਂ ਦਿਖੇਗੀ। ਲੇਕਿਨ ਜਦੋਂ ਤੁਸੀਂ ਆਪਣੇ ਸਰੀਰ ਨੂੰ ਹਰ ਰੋਜ਼ ਦਬਾਉਂਦੇ ਆ, ਹਰ ਰੋਜ਼ ਮਾਰਦੇ ਆ, ਤੁਹਾਡਾ ਇੱਕ ਲਾਈਫ ਸਟਾਈਲ ਬਣ ਜਾਂਦਾ ਆ। ਔਰ ਫਿਰ ਤੁਸੀਂ ਜਦੋਂ ਇਸ ਤਰ੍ਹਾਂ ਕਰਦੇ ਆ, ਇੱਕ ਦਿਨ ਉਹ ਮਹਿਮਾ ਵਾਲੇ ਦਿਨ ਜੋ ਕਿ ਪਰਮੇਸ਼ਵਰ ਨੇ ਸੋਚਿਆ ਹੁੰਦਾ ਹੈ, ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਦੇਖੋਗੇ, ਰਾਜਿਆਂ ਦੇ ਰਾਜੇ ਦੀ ਹਜ਼ੂਰੀ ਨੂੰ ਦੇਖੋਗੇ। ਤੁਸੀਂ ਦੇਖੋਗੇ ਪਾਲੂਸ ਦੇ ਨਾਲ ਵੀ ਇਸ ਕਰਕੇ ਨਹੀਂ ਕਿ ਉਸਨੇ ਇੱਕ ਦਿਨ ਜਦੋਂ ਉਸਨੇ ਯਿਸੂ ਮਸੀਹ ਨੂੰ ਦੇਖਿਆ, ਉਸਦੀ ਮਿਨਿਸਟਰੀ ਸ਼ੁਰੂ ਹੋ ਗਈ। 3 ਸਾਲ ਉਹ ਅਰੇਬੀਆ ਦੇ ਵਿੱਚ ਇਕੱਲਾ ਰਿਹਾ, ਔਰ ਉੱਥੇ ਜਦੋਂ ਉਹ ਆਪਣੇ ਸਰੀਰ ਨੂੰ ਰੋਜ਼ ਮਾਰਦਾ ਸੀਗਾ ਔਰ ਉਹਦੇ ਇਨਕਾਊਂਟਰ ਉੱਥੇ ਸ਼ੁਰੂ ਹੋਏ, ਉਹ ਉਸਨੂੰ ਰੂਹਾਨੀ ਆਲਮ ਵਿੱਚ ਲੈ ਕੇ ਉਸਨੂੰ ਰੂਹਾਨੀ ਆਲਮ ਵਿੱਚ ਲੈ ਕੇ ਜਾਂਦਾ ਗਿਆ। ਜੇ ਪਰਮੇਸ਼ਰ ਦੇ ਲੋਕੋ, ਤੁਸੀਂ ਆਪਣੇ ਸਰੀਰ ਨੂੰ ਹੁਣ ਮਾਰਦੇ ਪਏ ਹੋ ਔਰ ਤੁਹਾਨੂੰ
ਇਮੀਡੀਏਟ ਰਿਜ਼ਲਟਸ ਨਹੀਂ ਦਿਖ ਰਹੇ, ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਤੁਹਾਡਾ ਹਸਬੈਂਡ ਹਾਲੇ ਵੀ ਬਦਲ ਨਹੀਂ ਰਿਹਾ, ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੋ ਤੁਸੀਂ ਚਮਤਕਾਰ ਦੇਖਣਾ ਮੰਗਦੇ ਤੁਹਾਨੂੰ ਨਹੀਂ ਦਿਖ ਰਹੇ, ਤੁਸੀਂ ਕਹਿ ਰਹੇ ਹੋ ਕਿ ਕਿੰਨਾ ਜ਼ਿਆਦਾ ਮੈਨੂੰ ਆਪਣੇ ਸਰੀਰ ਨੂੰ ਮਾਰਨ ਨੂੰ ਪਏਗਾ। ਅਸੀਂ ਇਸ ਕਰਕੇ ਨਹੀਂ ਆ ਬਦਲਦੇ ਕਿ ਸਾਨੂੰ ਬਰਕਤ ਮਿਲੇ, ਅਸੀਂ ਇਸ ਕਰਕੇ ਬਦਲਦੇ ਹਾਂ ਕਿਉਂਕਿ ਜੋ ਅਸੀਂ ਹੈਗੇ ਹਾਂ, ਕਿਉਂਕਿ ਅਸੀਂ ਇਸ ਕਰਕੇ ਬਦਲਦੇ ਹਾਂ ਜੋ ਕਿ ਸਾਡੀ ਬੁਲਾਹਟ ਆ, ਜੋ ਕਿ ਹੁਣ ਇਸ ਵੇਲੇ ਜੋ ਸਾਨੂੰ ਇਕੱਲਾ ਕੀਤਾ ਗਿਆ ਆ, ਇੱਕ ਇਹ ਸਾਡੇ ਉੱਤੇ ਫੋਰਸ ਕੀਤਾ ਗਿਆ। ਲੇਕਿਨ ਇਸ ਤਰ੍ਹਾਂ ਦਾ ਵਕਤ ਆਉਂਦਾ ਹੈ ਕਿ ਜਦੋਂ ਇਕੱਲਾ ਰਹਿਣਾ ਜੋ ਸਾਡੇ ਵਾਸਤੇ ਕੋਈ ਸਾਡੇ ਦੁੱਖ ਦੀ ਗੱਲ ਨਹੀਂ ਹੋਊਗੀ, ਅਸੀਂ ਇਸ ਤਰ੍ਹਾਂ ਦੇ ਇਲਾਕੇ ਵਿੱਚ ਆ ਜਾਂਦੇ ਹਾਂ, ਇਸ ਤਰ੍ਹਾਂ ਦੀ ਜੀਵਨ ਵਿੱਚ ਪਹੁੰਚ ਜਾਂਦੇ ਹਾਂ ਆਪਣੇ ਵਿੱਚ ਕਿ ਪਰਮੇਸ਼ਰ ਨੇ ਸਾਨੂੰ ਬਰਕਤਾਂ ਦਿੱਤੀਆਂ ਆ, ਪਰਿਵਾਰਾਂ ਦੇ ਨਾਲ, ਪਵਿੱਤਰ ਆਤਮਾ ਦੀ ਸੰਗਤੀ ਦੇ ਨਾਲ। ਲੇਕਿਨ ਹੁਣ ਜੋ ਆਈਸੋਲੇਸ਼ਨ ਆ, ਜੋ ਕਿ ਸਾਡੇ ਵਾਸਤੇ ਇੱਕ ਆਮ ਗੱਲ ਬਣ ਜਾਂਦੀ ਆ, ਜਦੋਂ ਸਾਡੇ ਵਾਸਤੇ ਇੱਕ ਆਰਾਮ ਦੀ ਗੱਲ ਬਣ ਜਾਂਦੀ ਆ, ਉਦੋਂ ਸਾਡੇ ਜੋ ਐਂਜ਼ਾਈਟੀ ਉਹ ਸਾਨੂੰ ਛੱਡ ਕੇ ਜਾਣਾ ਸ਼ੁਰੂ ਕਰ ਦਿੰਦੀ ਆ। ਜਦੋਂ ਤੁਸੀਂ ਜਾਂਦੇ ਹੋ, ਜਦੋਂ 1 ਘੰਟੇ ਦੀ ਪ੍ਰਾਰਥਨਾ ਤੁਹਾਡੀ ਸਾਰੇ ਦਿਨ ਦੀ ਪ੍ਰਾਰਥਨਾ ਬਣ ਜਾਂਦੀ ਆ। ਹੁਣ ਤੁਸੀਂ ਇੱਕ ਦਿਨ ਥੋੜ੍ਹੇ ਚਿਰ ਦੇ ਵਾਸਤੇ ਨਹੀਂ ਪਰਮੇਸ਼ਵਰ ਦੀ ਹਜ਼ੂਰੀ ਮੰਗਦੇ, ਤੁਸੀਂ ਮੰਗਦੇ ਕਿ ਉਹਦੀ ਹਜ਼ੂਰੀ ਹਮੇਸ਼ਾ ਤੁਹਾਡੇ ਨਾਲ ਰਹੇ। ਤੁਸੀਂ ਮੰਗਦੇ ਹੋ ਕਿ ਹਮੇਸ਼ਾ ਉਹਦੀ ਹਜ਼ੂਰੀ ਤੁਹਾਡੇ ਨਾਲ ਰਹੇ। ਤੁਸੀਂ ਮੰਗਦੇ ਹੋ ਕਿ ਤੁਸੀਂ ਉਹਦੇ ਵਿੱਚ ਹਮੇਸ਼ਾ ਬਣੇ ਰਹੋ, ਤੁਹਾਡਾ ਜੀਵਨ ਉਹਦੇ ਵਰਗਾ ਬਣ ਜਾਂਦਾ ਹੈ। ਜਦੋਂ ਇਹ ਗੱਲਾਂ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਂਦੀਆਂ, ਉਦੋਂ ਜੋ ਨਹੀਂ ਦਿਖਦਾ ਉਹ ਦਿਖਣਾ ਸ਼ੁਰੂ ਹੋ ਜਾਂਦਾ ਆ। ਉਦੋਂ ਜੋ ਸਵਰਗ ਆ ਉਹ ਧਰਤੀ ਉੱਤੇ ਆਉਂਦੇ ਆ, ਉਦੋਂ ਮਸੀਹ ਤੁਹਾਡੇ ਸਾਹਮਣੇ ਆਉਂਦਾ ਆ, ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਕਦੀ ਉਸਨੂੰ ਨਹੀਂ ਦੇਖਿਆ। ਪਰਮੇਸ਼ਰ ਦੇ ਲੋਕ, ਜਦੋਂ ਕਿ ਮੈਂ ਪ੍ਰਾਰਥਨਾ ਕਰ ਰਿਹਾ ਸੀਗਾ, ਮੈਨੂੰ ਇੱਕ ਵਿਜ਼ਨ ਨਜ਼ਰ ਆਇਆ, ਮੈਨੂੰ ਇੱਕ ਮੌਕਾ ਮਿਲਿਆ ਪਰਮੇਸ਼ਰ ਦੇ ਕੋਲੋਂ, ਮੈਨੂੰ ਇੱਕ ਵਿਜ਼ਨ ਦਿਖਾਈ ਦਿੱਤਾ। ਪਰਮੇਸ਼ਰ ਦੇ ਪੈਰ ਮੈਂ ਦੇਖੇ, ਪਰਮੇਸ਼ਰ ਦੇ ਚਰਨਾਂ ਨੂੰ ਦੇਖਿਆ। ਪਰਮੇਸ਼ਰ ਨੇ ਮੈਨੂੰ ਇਹ ਵਿਜ਼ਨ ਦਿੱਤਾ ਹੈ, ਉਸ ਸੁੰਦਰ ਸਾਈਟ ਨੂੰ ਦੇਖਣ ਦਾ। ਪਰਮੇਸ਼ਰ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਉਹ ਸੁੰਦਰ ਨਜ਼ਰ ਦੇਖਾਂ। ਔਰ ਫਿਰ ਵੀ ਮੈਂ ਫੀਲ ਕਰਦਾ ਕਿ ਪ੍ਰਭੂ ਇਨਵਾਈਟ ਕਰਦਾ ਹੈ ਲੋਕਾਂ ਨੂੰ ਉਹਦੇ ਪੈਰਾਂ 'ਤੇ ਕਰਾਉਣ ਦੇ ਵਿੱਚ, ਕਿਉਂਕਿ ਉਹ ਮੰਗਦਾ ਆ ਕਿ ਆਪਣੇ ਆਪ ਨੂੰ ਉਹ ਦਿਖਾ ਸਕੇ, ਆਪਣੇ ਦਿਮਾਗ ਨੂੰ ਉਹ ਦਿਖਾ ਸਕੇ। ਪ੍ਰਭੂ ਮੰਗਦਾ ਆ ਕਿ ਅਲੱਗ-ਅਲੱਗ ਖੱਤ ਲਿਖ ਸਕੇ ਆਪਣੇ ਲੋਕਾਂ ਨੂੰ, ਔਰ ਉਹ ਜਿਹੜੇ ਖੱਤ ਨੇ ਉਹਨਾਂ ਦੇ ਉੱਤੇ ਨਾਮ ਸੀਗਾ। ਉਹ ਕੋਈ ਆਮ ਲੈਟਰ ਨਹੀਂ ਸੀਗੇ, ਖੱਤ ਨਹੀਂ ਸੀਗੇ, ਇੱਕ ਖਾਸ ਖੱਤ ਸੀਗੇ ਕਿ ਇੱਕ ਖਾਸ ਇਲਾਕੇ ਸੀਗੇ ਜਿਹੜੇ ਪਰਮੇਸ਼ਰ ਮੰਗਦਾ ਸੀਗਾ ਕਿ ਉਹ ਬਦਲਣ, ਉਹ ਬਦਲੇ ਜਾਣ। ਖਾਸ ਇਲਾਕੇ ਸੀਗੇ ਕਿ ਪ੍ਰਭੂ ਮੰਗਦਾ ਸੀਗਾ ਕਿ ਬਦਲਣ, ਕਿ ਉਹਨਾਂ ਦੇ ਵਿੱਚ ਉਹਨੂੰ ਖੁਸ਼ੀ ਮਿਲ ਸਕੇ। ਜਦੋਂ ਕਿ ਇਹ ਵਚਨ ਤੁਹਾਡੇ ਕੋਲ ਆ ਰਿਹਾ ਆ, ਇਹ ਜੋ ਵੀਡੀਓ ਆ ਤੁਹਾਨੂੰ ਆਮ ਲੱਗੇ, ਲੇਕਿਨ ਜੇ ਤੁਸੀਂ ਰੂਹਾਨੀ ਆਲਮ ਵਿੱਚ ਦੇਖੋ, ਤੁਸੀਂ ਦੇਖੋਗੇ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਕਿਸੇ ਗਲਤੀ ਦਾ ਕਾਰਨ ਨਹੀਂ, ਲੇਕਿਨ ਤੁਹਾਡਾ ਨਾਮ ਇਸ ਵੀਡੀਓ ਦੇ ਉੱਤੇ ਲਿਖਿਆ ਹੋਇਆ। ਜੋ ਖੱਤ ਸੀਗੇ ਸਮਰਨਾ ਨੂੰ, ਦੂਸਰੇ ਖਾਤੇ ਲਾਉਦਿਕਾ ਲਿਖਿਆ ਹੋਇਆ ਸੀਗਾ। ਹਰ ਇੱਕ ਜੋ ਖੱਤ ਸੀਗਾ ਉਹ ਲਿਖਿਆ ਗਿਆ ਸੀਗਾ ਪਰਮੇਸ਼ਵਰ ਦੇ ਦਿਲ ਤੋਂ ਤੁਹਾਡੇ ਵਾਸਤੇ। ਪਰਮੇਸ਼ਵਰ ਨੂੰ ਜਿਸ ਤਰੀਕੇ ਅਸੀਂ ਸੇਵਾ ਕਰਦੇ ਹਾਂ, ਉਹ ਬਹੁਤ ਹੀ ਨਜ਼ਦੀਕੀ ਪਰਮੇਸ਼ਵਰ ਆ। ਉਹ ਅਬਰਾਹਮ ਦਾ ਪਰਮੇਸ਼ਵਰ ਆ, ਇਸਹਾਕ ਦਾ ਪਰਮੇਸ਼ਵਰ, ਯਾਕੂਬ ਦਾ ਪਰਮੇਸ਼ਵਰ। ਉਹ ਖਾਸ ਪਰਮੇਸ਼ਵਰ ਆ। ਅੱਜ ਵੀ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਹੈ, ਉਹ ਤੁਹਾਡੇ ਘਰ ਦੇ ਨਾਲ ਗੱਲ ਕਰ ਰਿਹਾ ਆ। ਉਹ ਤੁਹਾਨੂੰ ਦੇਖ ਰਿਹਾ, ਉਹ ਕਹਿ ਰਿਹਾ ਹੈ ਕਿ ਜੇ ਮੈਂ ਤੇਰੇ ਕੋਲੇ ਵਚਨ ਲੈ ਕੇ ਆਵਾਂ, ਯਾਦ ਰੱਖੀਏ
ਜਿਸ ਤਰ੍ਹਾਂ ਕਿਹੜੇ ਸਟੈਂਡਰਡ 'ਤੇ ਜੋ ਰਾਣੀ ਸੀਗੀ ਜਦੋਂ ਖੜੀ ਹੋਈ, ਉਹੀ ਤੁਹਾਡੇ ਨਾਲ ਹੋ ਰਿਹਾ ਆ। ਜਦੋਂ ਕਿ ਵਚਨ ਇਹ ਤੁਹਾਡੀ ਰੂਹ ਦੇ ਵਿੱਚ ਆ ਰਿਹਾ ਆ, ਤੁਹਾਡੀ ਰੂਹ ਜੋ ਆ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ ਨੂੰ ਰਿਸਪੌਂਡ ਕਰ ਰਹੀ ਆ। ਤੁਸੀਂ ਇਸ ਤਰ੍ਹਾਂ ਦੇ ਸਟੈਂਡਰਡ 'ਤੇ ਖੜੇ ਹੋਵੋਗੇ ਕਿ ਤੁਸੀਂ ਸਿਰਫ ਆਪਣੇ ਵਾਸਤੇ ਨਹੀਂ, ਬਲਕਿ ਆਪਣੇ ਬੱਚਿਆਂ ਦੇ ਵਾਸਤੇ, ਆਪਣੀ ਜਨਰੇਸ਼ਨ ਦੇ ਵਾਸਤੇ, ਆਪਣੇ ਦੇਸ਼ਾਂ ਦੇ ਵਾਸਤੇ ਖੜੇ ਹੋਵੋਗੇ। ਪਰਮੇਸ਼ਵਰ ਦੇ ਲੋਕੋ, ਮੇਰਾ ਵਿਸ਼ਵਾਸ ਆ ਬਹੁਤ ਹੀ ਅਸੀਂ ਖਾਸ ਮੌਸਮ ਦੇ ਵਿੱਚ ਆ। ਪਰਮੇਸ਼ਵਰ ਬਣਾ ਰਿਹਾ ਆ, ਬਦਲ ਰਿਹਾ ਆ ਇਸ ਵੀਡੀਓ ਦੇ ਦੁਆਰਾ ਉਹ ਲੋਕਾਂ ਨੂੰ ਜੋ ਕਿ ਪ੍ਰਭੂ ਨੂੰ ਬਹੁਤ ਪਿਆਰ ਕਰਦੇ ਆ। ਇਹ ਨਿਗਾ ਕਿ ਕਿਸੇ ਨੇ ਪਰਫਾਰਮੈਂਸ ਕਰਕੇ ਤੁਹਾਡੇ ਕੋਲ ਲੈ ਕੇ ਆਂਦਾ, ਲੇਕਿਨ ਇਹ ਉਹ ਆ ਜੋ ਕਿ ਪਰਮੇਸ਼ਵਰ ਲੈ ਕੇ ਆ ਰਿਹਾ ਤੁਹਾਡੇ ਕੋਲ, ਉਹਦੀ ਆਤਮਾ ਲੈ ਕੇ ਆ ਰਹੀ ਹੈ ਤੁਹਾਡੇ ਕੋਲ। ਔਰ ਮੇਰਾ ਮੰਨਣਾ ਆ ਕਿ ਜੋ ਪਰਮੇਸ਼ਵਰ ਆਤਮਾ ਦੇ ਵਿੱਚ ਆ, ਉਹ ਪਰਮੇਸ਼ਵਰ ਦੇ ਦਿਲ ਨੂੰ ਰਿਸਪੌਂਡ ਕਰਨਗੇ। ਪਰਮੇਸ਼ਵਰ ਮੰਗਦਾ ਕਿ ਉਹਦੇ ਦਿਲ ਨੂੰ ਜਾਣ ਜਾਈਏ, ਉਹ ਮੰਗਦਾ ਕਿ ਉਹਦੇ ਦਿਲ ਨੂੰ ਜਾਣ ਜਾਈਏ। ਉਹ ਮੰਗਦਾ ਹੈ ਕਿ ਤੁਸੀਂ ਉਹਦੇ ਕਲੋਜ਼ਨੈਸ ਦੇ ਵਿੱਚ ਚੱਲੋ। ਉਹ ਮੰਗਦਾ ਆ ਕਿ ਜਿੱਥੇ ਤੁਸੀਂ ਹਾਰੇ ਆ, ਉਹ ਇਸ ਕਰਕੇ ਨਹੀਂ ਆ, ਉਹ ਤੁਹਾਨੂੰ ਹਾਰਿਆ ਹੋਇਆ ਮੰਗਦਾ ਆ, ਕਿਉਂਕਿ ਉਹ ਮੰਗਦਾ ਹੈ ਕਿ ਤੁਸੀਂ ਉੱਤੇ ਹੋਰ ਵਧੋ, ਹੋਰ ਨਵੇਂ ਲੈਵਲ 'ਤੇ ਜਾਓ, ਐਕਸਲੈਂਸ ਦੇ ਵਿੱਚ ਜਾਓ। ਜਦੋਂ ਕਿ ਤੁਸੀਂ ਹੁਣ ਬਦਲਣ ਜਾ ਰਹੇ ਹੋ, ਜਦੋਂ ਕਿ ਪਰਮੇਸ਼ਰ ਜਿਸ ਤਰ੍ਹਾਂ ਤੁਹਾਨੂੰ ਬਦਲਣਾ ਮੰਗਦਾ ਹੈ, ਮੈਂ ਤੁਹਾਨੂੰ ਦੱਸਣਾ ਮੰਗਦਾ ਆ, ਜਿਹੜੀ ਸ੍ਰਿਸ਼ਟੀ ਆ ਉਹ ਵੇਟ ਕਰ ਰਹੀ ਆ ਪਰਮੇਸ਼ਵਰ ਦੇ ਪੁੱਤਰ ਔਰ ਧੀਆਂ ਦੀ, ਪਰਮੇਸ਼ਵਰ ਔਰ ਪੁੱਤਰ ਦੀ ਧੀਆਂ ਦੇ ਮੈਨੀਫੈਸਟੇਸ਼ਨ ਦੇ ਵਿੱਚ। ਮੇਰਾ ਵਿਸ਼ਵਾਸ ਆ ਕਿ ਪ੍ਰਭੂ ਇਸ ਵੀਡੀਓ ਦਾ ਇਸਤੇਮਾਲ ਕਰ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਛੂਹਣ ਦੇ ਵਾਸਤੇ। ਔਰ ਜੋ ਮੈਂ ਦੇਖ ਰਿਹਾ ਆ ਕਿ ਪਰਮੇਸ਼ਵਰ ਕਰਨਾ ਮੰਗਦਾ ਆ ਕਿ ਆਪਣੇ ਕੋਲ ਲੈ ਕੇ ਆਉਣ ਦੇ ਵਿੱਚ ਇਸ ਹਫ਼ਤੇ ਤੁਸੀਂ ਅਟੈਂਸ਼ਨ ਦੇ ਨਾਲ ਚੱਲੀਏ। ਜਦੋਂ ਤੁਸੀਂ ਲੋਕਾਂ ਦੇ ਨਾਲ ਹੋਵੋ, ਇਸ ਹਫ਼ਤੇ ਤੁਸੀਂ ਕੇਅਰਫੁਲੀ, ਜਦੋਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਹੋਵੋ, ਜਦੋਂ ਤੁਸੀਂ ਗੱਲਬਾਤ ਕਰ ਰਹੇ ਹੋ, ਜਦੋਂ ਤੁਸੀਂ ਦੇਖ ਰਹੇ ਹੋ, ਜਦੋਂ ਤੁਸੀਂ ਸੁਣ ਰਹੇ ਹੋ, ਗੱਲ ਕਰ ਰਹੇ ਹੋ, ਤੁਸੀਂ ਜੋ ਕਰ ਰਹੇ ਹੋ, ਕਿ ਤੁਸੀਂ ਉਹ ਵਕਤ ਲਵੋਗੇ ਕਿ ਇੱਕ ਪਰਮੇਸ਼ਵਰ ਆ ਮੰਗਦਾ ਕਿ ਮੈਂ ਉਹਦੇ ਦਿਮਾਗ ਨੂੰ ਜਾਵਾਂ, ਮੈਂ ਮੰਗਦਾ ਕਿ ਮੈਂ ਉਹਦੇ ਦਿਲ ਨੂੰ ਜਾਵਾਂ। ਔਰ ਉਹਦੀ ਐਕਸਪੈਕਟੇਸ਼ਨ ਆ, ਮੈਂ ਹਰ ਇੱਕ ਤਰ੍ਹਾਂ ਨਹੀਂ ਗਾ, ਮੈਂ ਹਾਈਐਸਟ ਸਟੈਂਡਰਡ ਦੇ ਵਿੱਚ ਬੁਲਾਇਆ ਗਿਆ ਔਰ ਮੈਂ ਉਸਨੂੰ ਪਸੰਦ ਕਰਾਉਣਾ ਮੰਗਦਾ ਹੈ। ਔਰ ਜੇ ਤੁਹਾਡੀ ਮਨਸ਼ਾ ਹੈ ਪਰਮੇਸ਼ਵਰ ਦੇ ਲੋਕੋ, ਪਰਮੇਸ਼ਵਰ ਆਪਣੇ ਆਪ ਨੂੰ ਤੁਹਾਨੂੰ ਦਿਖਾਵੇਗਾ, ਆਪਣੇ ਤੁਹਾਡੇ ਘਰ ਦੇ ਵਿੱਚ ਆਪਣੇ ਆਪ ਨੂੰ ਦਿਖਾਵੇਗਾ। ਤਿਆਰ ਹੋ ਜਾਈਏ, ਸੁਪਰਨੈਚੁਰਲ ਗੱਲਾਂ ਹੋਣ ਜਾ ਰਹੀਆਂ ਨੇ। ਮੈਂ ਸਰਪ੍ਰਾਈਜ਼ ਨਹੀਂ ਹੋਵਾਂਗਾ ਜੇ ਮੈਨੂੰ ਗਵਾਹੀ ਮਿਲੀ ਕਿ ਜਦੋਂ ਤੁਸੀਂ ਦੇਖ ਰਹੇ ਹੋ, ਜੋ ਤੁਸੀਂ ਦੇਖ ਰਹੇ ਹੋ, ਤੁਹਾਡੀ ਫਿਜ਼ੀਕਲ ਤੁਸੀਂ ਦੇਖੋਗੇ ਮੈਨੀਫੈਸਟੇਸ਼ਨ ਹੁੰਦੇ ਹੋਏ ਆਪਣੇ ਘਰਾਂ ਦੇ ਵਿੱਚ, ਕਿਉਂਕਿ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ, ਤੁਸੀਂ ਉਸ ਦੀ ਹਜ਼ੂਰੀ ਨੂੰ ਮੰਗਦੇ ਹੋ, ਤੁਸੀਂ ਉਹਦੀ ਪ੍ਰੈਜ਼ੈਂਸ ਨੂੰ ਮੰਗਦੇ ਹੋ। ਔਰ ਹੁਣ ਜਦੋਂ ਤੁਸੀਂ ਕਿ ਆਪਣੇ ਆਪ ਨੂੰ ਦੇਵੋਗੇ, ਹਰ ਇਲਾਕੇ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਦੀ ਕਿਸ ਤਰ੍ਹਾਂ ਮਹਿਮਾ ਹੁੰਦੀ ਆ। ਤੁਸੀਂ ਦੇਖੋਗੇ, ਤੁਸੀਂ ਪਰਮੇਸ਼ਰ ਨੂੰ ਦੇਖੋਗੇ। ਔਰ ਉਸ ਵੇਲੇ ਮੈਂ ਉਹ ਤੁਹਾਡੇ ਕੋਲ ਲੈ ਕੇ ਆਉਣਾ ਮੰਗਦਾ ਹਾਂ ਕਿ ਇਹ ਆਉਣ ਵਾਲੇ ਦਿਲਾਂ ਦੇ ਵਿੱਚ ਹੋਊਗਾ ਤੁਹਾਡੇ ਨਾਲ। ਮੇਰਾ ਤਮੰਨਾ ਹੈ ਕਿ ਤੁਹਾਡੀ ਅੱਖਾਂ ਪਰਮੇਸ਼ਰ ਨੂੰ ਦੇਖਣ। ਇਹ ਵਕਤ ਆ ਗਿਆ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਦੇਖੀਏ। ਪਰਮੇਸ਼ਵਰ ਦੀ ਹਜ਼ੂਰੀ ਇੱਥੇ ਮੌਜੂਦ ਆ। ਮੈਂ ਵਕਤ ਲੈਣਾ ਮੰਗਦਾ, ਤੁਹਾਡੇ ਵਾਸਤੇ ਪ੍ਰਾਰਥਨਾ ਕਰਨਾ ਮੰਗਦਾ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਯੈਸ ਲਾਰਡ, ਜਿੱਥੇ ਵੀ ਤੁਸੀਂ ਹੋ, ਰੋਣਾ ਸ਼ੁਰੂ ਕਰ ਦਈਏ, ਪ੍ਰਾਰਥਨਾ ਕਰਨੀ ਸ਼ੁਰੂ ਕਰ ਦਈਏ। ਕੋਈ ਕਵੇ, ਪ੍ਰਭੂ ਮੈਂ ਤੇਰੀ ਨਜ਼ਦੀਕੀ ਮੰਗਦਾ ਆਪਣੇ ਘਰ ਦੇ ਵਿੱਚ। ਪ੍ਰਭੂ ਯਿਸੂ,
मैं तेरी मौजूदगी मंगदा हां मैं परिवार दे विच। मैं तेरी नज़दीकी मंगदा हां अपनी शादी दे विच। मैं तेरी नज़दीकी मंगदा हां अपने बच्चों दे विच। मैनू तेरी लोड़ है प्रभु, मैनू तेरी नज़दीकी दी लोड़ है प्रभु, मैनू तेरी बरकत दी लोड़ है प्रभु। धन्नवाद करदे पवित्र आत्मा। प्रभु यीशु उन्हां सारियां गल्लां नूं कट दे जो तैनूं नहीं मन पाउंदियां प्रभु। उन्हां सारियां गल्लां नूं कट दे जो तैनूं नहीं मन पाउंदियां। ओह सारियां गल्लां जो कि शैतान ने बीजियां हैं, ओह सारियां गल्लां जो कि तैनूं मन पाउंदियां नहीं गियां प्रभु उन्हां नूं कट दे ताकि मैं और मेरा परिवार ताकि तेरी हजूरी नूं देख सकन। ये साडी तमन्ना आ कि असी तेरे दिमाग नूं जान सकीए, कि तेरे दिल नूं जान सकीए और असी तेरी हजूरी नूं देख सकीए अपने जीवना विच। इस यात्रा दे वास्ते तेरा धन्नवाद करते हैं, इस हफ्ते दे वास्ते तेरा धन्नवाद करते हैं। धन्नवाद जो तू जो कुछ भी कर रहा है ये अपने बच्चों नूं वधन दे प्रभु। अपने बच्चों नूं प्रभु इन्ना शक्तिशाली बना दे इस धरती दे उत्ते कि वो बहुत वड्डियां वड्डियां जित्तां नूं प्राप्त करन प्रभु। जो भी वो करना मंगदे आ उहदे जित प्राप्त करन। तेरा धन्नवाद करदे हैं आत्मा, पवित्र आत्मा तेरा धन्नवाद करदे हैं। तेरा धन्नवाद करदे हैं तेरी कृपा दे वास्ते जो तू मैनूं दित्ती ताकि मैं इस वचन नूं साझा कर सकां। धन्नवाद करदे हैं तेरी दया दे वास्ते जो तू वचन दित्ती ताकि वो सुन सकन। सानू तैयार कर प्रभु जो तू करना मंगदा है, सानू तैयार कर जो इस धरती ते तू कर रहा है, सानू तैयार कर। असीं तैनूं प्यार करदे हैं पिता तैनूं यीशु तैनूं प्यार करदे हैं, तैनूं प्यार करदे हैं। असीं तेरी हजूरी नूं असीं तेरे वचनां नूं रखना मंगदे हैं, असीं तेरी वचनां नूं रखना मंगदे हैं प्रभु जी। तेरा चेहरा साडे उत्ते चमके प्रभु। सानू लैके चल अपने नाल प्रभु, सानू अपने नाल लैके चल प्रभु। ऐदां प्रभु दी हवा जदों कि सानू बदलदी आ, जदों साडी जदों कि प्रभु दे चेले प्रभु दे फरिश्ते सानू फड़ के फड़दे आ और वो देखिए जो कि पितावां ने कदी नहीं देखिया, वो देखिए जो कि साडे परिवार ने कदी नहीं देखिया, वो देखिए जो कि किसी अख ने नहीं देखी, किसी दिल ने नहीं सुनी। ओह दया दे नाल वो गल्लां नूं देखिए यीशु मसीह दे नाम दे विच आमीन। मैं इस गल नूं बहुत ही आदर मैं सोचदा हां, मैं इस गल नूं बहुत ही आदर मैं सोचदा हां कि तुहानूं मैं नवीं डिमेंशन विच लैके जाया। तुसी वधे गए हो, तुसी उठाए गए हो, तुहानूं ताकत मिली आ, तुहाडे घुटने जो उन्हां नूं ताकत मिली आ, तुहाडे हत्थां नूं ताकत मिली आ कि परमेश्वर दी गल नूं कर सको। इस हफ्ते तुसी बहुत ही शक्तिशाली होवोगे, तुसी वो करोगे जो परमेश्वर कराना मंगदा है, तुसी वो करोगे जो परमेश्वर तुहाडे तो कराना मंगदा है। किसी दे नाल शेयर करिए और ताकि वो भी परमेश्वर की हजूरी नूं महसूस कर सकन। मैं तुहाडी गवाही नूं सुनना मंगदा इस हफ्ते। तद तक अगले वक्त तक परमेश्वर दे हत्थां थले रहिए। परमेश्वर तुहानूं बहुत बरकत देवे।